ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਸ਼ੀਸ਼ਾ ਦਿਖਾਇਆ ਉਹੀ ਸ਼ੀਸ਼ਾ ਕਿ ਤੁਸੀਂ ਝੂਠੇ ਹੋ। ਤੁਹਾਨੇ ਇਹ ਝੂਠੇ ਅੰਕੜਿਆਂ ਦੇ ਨਾਲ ਪੰਜਾਬ ਨੂੰ ਨੰਬਰ 1 ਦਿਖਾਇਆ। ਪਿਛਲੇ 5 ਸਾਲਾਂ 'ਚ ਤੇ ਤੁਹਾਨੂੰ ਅਵਾਰਡ ਹੀ ਬਹੁਤ ਮਿਲੇ, ਕੌਮੀ ਪੱਧਰ ਤੇ ਕਈ ਅਵਾਰਡ ਮਿਲੇ। ਕੈਪਟਨ ਅਮਰਿੰਦਰ ਸਿੰਘ ਗਦਗਦ ਹੁੰਦੇ ਸੀ ਵੀ ਕਮਾਲ ਹੋ ਗਈ, ਇਹ ਨੰਬਰ 1 ਤੇ ਆ, ਤੇ ਤੁਸੀਂ ਇਦਾਂ ਦੀਆਂ ਗੱਲਾਂ ਕਰੀ ਜਾਂਦੇ। ਇਹੀ ਸਮੱਸਿਆ ਕਿ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਕੇ ਕਿਵੇਂ ਪੇਸ਼ ਕੀਤਾ ਗਿਆ ਪਿਛਲੇ ਸਾਲਾਂ ਦੇ ਵਿੱਚ। ਪਰ ਨਾਮ ਕਿਉਂ ਨੇ ਸਕੂਲ, ਸਰਕਾਰੀ ਸਕੂਲ? ਪ੍ਰਾਈਵੇਟ ਸਕੂਲਾਂ 'ਚ ਤਾਂ ਕਮਾਲ ਹੋ ਜਾਂਦੀ ਹੈ, ਸਰਕਾਰੀ ਸਕੂਲਾਂ 'ਚ ਬੱਚੇ ਨਹੀਂ ਪੜ੍ਹਦੇ। ਕੁੱਲ ਸ਼ਰਾਬ ਦੀਆਂ ਫੈਕਟਰੀਆਂ ਤੇ ਡਿਊਟੀ ਲੱਗੀਆਂ, ਇਸ ਕਰਕੇ ਜਦੋਂ ਕਿਉਂ ਵਿਹਲੇ ਕੋ ਸਮਝਦੀ ਸਰਕਾਰ ਟੀਚਰਾਂ ਨੂੰ ਵੀ ਹਰ ਥਾਂ ਹੀ ਡਿਊਟੀ ਲਾ ਦਿਓ ਇਹਨਾਂ। ਸਾਨੂੰ ਇਹ ਲੱਗਦਾ ਕਿ ਟੀਚਰਾਂ ਦੀ ਜਿਹੜੀ ਕਾਬਲੀਅਤ ਹੈਗੀ ਆ ਉਹ ਹੀ ਇਹਨਾਂ ਦੇ ਰਸਤੇ 'ਚ ਰੋੜਾ ਬਣਦੀ ਹੈ। ਸਾਡੇ ਜਿੰਨੇ ਵੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਤਨਖਾਹ ਜਾਂ ਭੱਤੇ ਲੈਂਦੇ ਨੇ, ਉਹਨਾਂ ਸਾਰਿਆਂ ਦੇ ਜਿਹੜੇ ਬੱਚੇ ਨੇ, ਜੇ ਉਹ ਪੜ੍ਹਨ ਤਾਂ ਜੇ ਡੀਸੀ ਦਾ ਬੱਚਾ ਪੜ੍ਹਦਾ ਹੋਊਗਾ ਫਿਰ ਉਹ ਉਸ ਅਧਿਆਪਕ ਦੀ ਡਿਊਟੀ ਸ਼ਰਾਬ ਫੈਕਟਰੀਆਂ ਦੇ ਉੱਪਰ ਨਹੀਂ ਲਗਾਊਗਾ। ਤੇ ਕਿੰਨਾ ਚਿਰ ਮਾਨ ਸਾਹਿਬ ਦੀ ਸਰਕਾਰ ਨੂੰ ਟਾਈਮ ਦਿਓਗੇ ਤੁਸੀਂ? ਕਿਉਂਕਿ ਅੱਜ ਕੱਲ੍ਹ ਸੰਘਰਸ਼ ਵੀ ਸਾਰੇ ਖਤਮ ਨੇ ਤੇ ਮੰਗਾਂ ਤਾਂ ਤੁਹਾਡੀਆਂ ਉੱਥੇ ਹੀ ਖੜੀਆਂ ਨੇ। ਘਰ ਦੇ ਵਿੱਚ ਔਰਤ ਵਿਆਹ ਕਰਕੇ ਆਉਂਦੀ ਹੈ ਨਵੇਂ ਘਰ, ਉਹਨੂੰ ਵੀ ਕੁਝ ਦਿਨ ਦਿੱਤੇ ਜਾਂਦੇ ਨੇ ਕਿ ਆਪਣਾ ਚੁੱਲ੍ਹੇ ਚੌਂਕੇ ਦੇ ਕੰਮ ਤੋਂ ਦੂਰ ਰੱਖਿਆ ਜਾਂਦਾ ਹੈਗਾ। ਪਰ ਕੁੱਲ ਮਿਲਾ ਕੇ ਜੇ ਕਹਿ ਲਈਏ, ਜੇ ਉਹ ਸਰਕਾਰ ਪਿਛਲੀ ਕੈਪਟਨ ਸਰਕਾਰ ਦੀ ਤਰ੍ਹਾਂ ਲੋਕਾਂ ਨਾਲੋਂ ਨਾਤਾ ਤੋੜੂਗੀ, ਜਿਸ ਤਰ੍ਹਾਂ ਕਿ 1-2 ਹਿੰਟ ਮਿਲੇ ਹੈਗੇ ਨੇ ਕਿ ਪ੍ਰੈਸ ਨੂੰ ਮਿਲਣ ਤੋਂ ਦੂਰੀ ਬਣਾ ਲਈ ਹੈਗੀ ਸੀਐਮ ਸਾਹਿਬ ਨੇ, ਜੇ ਆਮ ਲੋਕਾਂ ਤੋਂ ਵੀ ਇਸ ਤਰ੍ਹਾਂ ਦੂਰੀ ਬਣਾਉਣਗੇ ਤਾਂ ਬਹੁਤਾ ਸਮਾਂ ਦਿੱਤਾ ਨਹੀਂ ਜਾਣਾ ਹੈਗਾ। ਤੁਸੀਂ ਸੁਣਿਆ ਹੋਊਗਾ ਰੇਤ ਮਾਫੀਆ, ਡਰੱਗ ਮਾਫੀਆ, ਲੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਹੋਰ ਕਈ ਮਾਫੀਏ। ਪਰ ਅੱਜ ਅਸੀਂ ਗੱਲ ਕਰਾਂਗੇ ਸਿੱਖਿਆ ਮਾਫੀਏ ਦੀ। ਪਿਛਲੇ ਦਿਨਾਂ ਤੋਂ ਇੱਕ ਲੈਟਰ ਜਿਹੜੀ ਹੈ ਵਾਇਰਲ ਹੋ ਰਹੀ ਹੈ, ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਿੱਖਿਆ ਮਾਫੀਏ ਨੂੰ ਖਤਮ ਕਰਨ ਵਾਸਤੇ ਖੁੱਲ੍ਹਾ ਪੱਤਰ। ਇਹ 23 ਮਾਰਚ ਨੂੰ ਵਾਇਰਲ ਹੋਈ ਹੈ। ਇਹ ਕੀਤੀ ਹੈ ਕਰਪਸ਼ਨ ਹਟਾਓ ਪੰਜਾਬ ਬਚਾਓ ਫਰੰਟ ਪੰਜਾਬ ਵੱਲੋਂ। ਨਾ ਇਹਦੇ ਤੇ ਕਿਸੇ ਦਾ ਨਾਮ ਹੈ ਤੇ ਨਾ ਇਹਦੇ ਉੱਪਰ ਕਿਸੇ ਦਾ ਮੋਬਾਈਲ ਨੰਬਰ ਹੈ। ਕੋਈ ਵੀ ਲਿਖ ਸਕਦਾ ਗੁੰਮਨਾਮ। ਔਰ ਇਹਦੇ 'ਚ ਬੜੇ ਗੰਭੀਰ ਦੋਸ਼ ਲਾਏ ਨੇ, ਕਈ ਅਧਿਕਾਰੀਆਂ ਦੇ ਨਾਂ ਨੇ, ਕਈ ਮੁਲਾਜ਼ਮਾਂ ਦੇ ਨਾਂ। ਪਰ ਜਦੋਂ ਗੁੰਮਨਾਮ ਹੀ ਹੈ ਤਾਂ ਫਿਰ ਇਹ ਨਹੀਂ ਕਹਿ ਸਕਦੇ ਵੀ ਇਹ ਪੱਕੇ ਤੌਰ 'ਤੇ ਜੋ ਲਿਖਿਆ ਉਹ ਸੱਚ ਹੈ। ਪਰ ਇਹਦੇ ਸੰਬੰਧ ਵਿੱਚ DTF ਡੈਮੋਕ੍ਰੈਟਿਕ ਟੀਚਰ ਫਰੰਟ ਵੱਲੋਂ ਅੱਜ ਵੱਡੇ ਐਲਾਨ ਕੀਤੇ ਨੇ। ਉਹ ਸਾਡੇ ਸਟੂਡੀਓ 'ਚ ਵੀ ਆਏ ਨੇ DTF ਦੇ ਲੀਡਰ ਵਿਕਰਮ ਦੇਵ ਸਿੰਘ ਤੇ ਹਰਦੀਪ ਟੋਡਰਪੁਰ। ਇਹਨਾਂ ਨੂੰ ਪੁੱਛਾਂਗੇ ਵੀ ਇਹ ਪੱਤਰ ਹੈ ਕੀ ਹੈ। ਪਹਿਲੀ ਗੱਲ ਤੇ ਤੁਸੀਂ ਅੱਜ ਸਪੈਸ਼ਲ ਇਹਦੇ ਤੇ ਬੋਲ ਕੇ ਆਏ ਜੇ, ਇਹ ਹੈ ਕੀ ਹੈ? ਦੇਖੋ, 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਐਲਾਨ ਕਰਦੇ ਨੇ ਕਿ ਕਿਸੇ ਨੇ ਵੀ ਕਰਪਸ਼ਨ ਖਿਲਾਫ ਕੋਈ ਸ਼ਿਕਾਇਤ ਦੇਣੀ ਆ ਤਾਂ ਆਹ ਨੰਬਰ ਅਸੀਂ ਜਾਰੀ ਕਰਦੇ ਆ, ਤੁਸੀਂ ਇਸ ਤੇ ਆਪਣੀ ਸ਼ਿਕਾਇਤ ਭੇਜ ਸਕਦੇ ਹੋ। ਤਾਂ ਉਸੇ ਸਮੇਂ ਉਸੇ ਦਿਨ ਇੱਕ ਪੱਤਰ ਇਹ ਵਾਇਰਲ ਹੋਇਆ ਜਿਹੜਾ ਕਿ ਇੱਥੋਂ ਦੀ ਸਰਕਾਰ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਜਿਹੜੇ ਬਾਕੀ ਮੰਤਰੀ ਤੇ ਵਿਧਾਇਕ ਉਹਨਾਂ ਨੂੰ ਸੰਬੋਧਿਤ ਆ। ਤਾਂ ਇਸ ਖੁੱਲੇ ਖੱਤ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਤੱਥ ਨੇ ਉਹ ਰੱਖੇ ਗਏ ਨੇ। ਤਾਂ ਹੁਣ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਬਾਰੇ ਅਸੀਂ ਬਤੌਰ ਅਧਿਆਪਕ ਜਥੇਬੰਦੀ ਪਿਛਲੇ 5 ਸਾਲ ਦੌਰਾਨ, ਜਦੋਂ ਸਾਡੇ ਸਕੂਲਾਂ ਦੇ ਸਿੱਖਿਆ ਸਕੱਤਰ ਰਹੇ, ਉਸ ਤੋਂ ਪਹਿਲਾਂ ਉਹੀ ਸਕੂਲੀ ਸਿੱਖਿਆ ਸਕੱਤਰ DGSC ਰਹੇ 2007 ਤੋਂ 11, ਬਹੁਤ ਸਾਰਾ ਕੁਝ ਅਸੀਂ ਰੱਖਦੇ ਰਹੇ ਹਾਂ। ਤਾਂ ਅੱਜ ਅਸੀਂ ਇਹੀ ਗੱਲ ਰੱਖੀ ਆ ਕਿ ਇਸ ਪੱਤਰ ਦਾ ਇੱਕ ਹਿੱਸਾ ਜਿਸ ਦੇ ਵਿੱਚ ਸਕੂਲੀ ਸਿੱਖਿਆ ਨਾਲ ਸੰਬੰਧਿਤ ਮਾਮਲੇ ਰੱਖੇ ਗਏ ਨੇ, ਉਹਨਾਂ ਦੇ ਵਿੱਚੋਂ ਬਹੁਤ ਕੁਝ ਅਸੀਂ ਸਟੇਜਾਂ ਤੋਂ ਬੋਲਦੇ ਰਹੇ ਹਾਂ। ਗੰਭੀਰ ਦੋਸ਼ ਨੇ ਸਿੱਖਿਆ ਦੇ ਉਜਾੜੇ ਦੇ ਕਰਨ ਸੰਬੰਧੀ। ਮੰਗ ਕਰਦੇ ਹਾਂ, ਅਸੀਂ ਅੱਜ ਕੀਤੀ ਆ ਮੰਗ ਕਿ ਸਰਕਾਰ ਉਹਨਾਂ ਦੋਸ਼ਾਂ ਸੰਬੰਧੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਇਰੀ ਬਿਠਾਵੇ, ਨਿਆਇਕ ਜਾਂਚ ਕਰਵਾਵੇ। ਤੇ ਵੱਡੀ ਉਸ ਦੇ ਵਿੱਚ ਜਿਹੜੀ ਸੋਚਣ ਵਾਲੀ ਗੱਲ ਆ ਕਿ ਗੰਭੀਰ ਦੋਸ਼ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਵੀ ਨੇ। ਸਿੱਖਿਆ ਵਰਗਾ ਮਹਿਕਮਾ ਹੋਵੇ ਜਿਸ ਦੇ ਵਿੱਚ
ਸਾਡਾ ਵਿਰਸਾ ਇਹ ਹੋਵੇ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਤਾਂ ਪਰਉਪਕਾਰੀ ਬਣਾਉਣ ਵਾਲੀ ਵਿਦਿਆ ਦੇ ਮਹਿਕਮੇ ਦੇ ਵਿੱਚ ਜੇ ਕੋਈ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਦੋਸ਼ ਲੱਗਦੇ ਨੇ ਤਾਂ ਉਹ ਹੋਰ ਵੀ ਜ਼ਿਆਦਾ ਗੰਭੀਰ ਮਾਮਲਾ। ਹਰਦੀਪ ਜੀ, ਤੁਸੀਂ ਇਹ ਸਾਰੀ ਗੱਲ ਨੂੰ, ਪੱਤਰ ਨੂੰ ਪੜ੍ਹਿਆ ਹੋਊਗਾ। ਗੱਲ ਤਾਂ ਇਹ ਵੀ ਇਦਾਂ ਦੇ ਪੱਤਰ ਤੇ ਕੋਈ ਵੀ ਲਿਖ ਕੇ ਸੁੱਟਦੇ ਸੋਸ਼ਲ ਮੀਡੀਆ ਤੇ, ਤੁਸੀਂ ਇੰਨਾ ਗੰਭੀਰਤਾ ਨਾਲ ਇਹਨੂੰ ਕਿਉਂ ਲੈ ਰਹੇ ਨੇ? ਗੰਭੀਰਤਾ ਨਾਲ ਇਸ ਕਰਕੇ ਲੈ ਰਹੇ ਹਾਂ ਜੀ ਕਿ ਨੰਬਰ 1 ਤਾਂ ਬਾਈ ਨੇਮ ਕਹਿ ਲਈਏ ਬਹੁਤ ਸਾਰੇ ਅਧਿਕਾਰੀਆਂ ਦੇ, ਅਫਸਰਾਂ ਦੇ ਜਾਂ ਮੁਲਾਜ਼ਮਾਂ ਦੇ ਨਾਮ ਉਹ 'ਚ ਦਿੱਤੇ ਗਏ ਨੇ। ਉਹ ਤੇ ਖੁੰਦਕ ਵੀ ਹੋ ਸਕਦੀ ਹੈ, ਕੋਈ ਵੀ ਬਿਨਾਂ ਨਾਂ ਤੋਂ ਲਿਖ ਸਕਦਾ। ਖੁੰਦਕ ਹੋ ਸਕਦੀ ਹੈ, ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ, ਪਰ ਸਾਡਾ ਮੰਨਣਾ ਹੈਗਾ ਕਿ ਜੇ ਕਿਸੇ ਤੇ ਦੋਸ਼ ਲੱਗੇ ਨੇ ਤਾਂ ਸਰਕਾਰ ਨੂੰ ਘੱਟੋ ਘੱਟ ਜਾਂਚ ਕਰਾਉਣੀ ਚਾਹੀਦੀ ਹੈ। ਜਦੋਂ ਕੱਲੇ ਮੁਲਾਜ਼ਮ ਬਾਰੇ ਜਾਂ ਅਧਿਕਾਰੀ ਬਾਰੇ ਉਹਨਾਂ ਦੀ ਪ੍ਰਾਪਰਟੀ ਦੇ ਵੇਰਵੇ ਦੇ ਕੇ ਮਤਲਬ ਕੋਈ ਦੋਸ਼ ਲਾਏ ਹੋਣ, ਠੀਕ ਹੈ, ਇਹ ਬੇਨਾਮੀ ਚਿੱਠੀ ਹੈਗੀ ਹੈ, ਪਰ ਜਾਂਚ ਦੀ ਤਾਂ ਜ਼ਰੂਰਤ ਖੜੀ ਹੈਗੀ ਹੈ ਨਾ, ਕਿਉਂਕਿ ਸਰਕਾਰ ਫਿਰ ਕਿੰਨੀਆਂ ਕਿ ਜਾਂਚਾਂ ਕਰਾਊਗੀ? ਤੇ ਕੋਈ ਵੀ ਲਿਖ ਕੇ ਦੇ ਦੇ। ਦੇਖੋ, ਜੋ ਭਗਵੰਤ ਮਾਨ ਹੋਣਾ ਨੇ ਵੀ WhatsApp ਨੰਬਰ ਦਿੱਤਾ, ਉਹਦੇ 'ਚ ਵੀ ਇਹੀ ਹੈ ਵੀ ਤੁਸੀਂ ਉਹਦਾ ਕੀ ਕਹਿੰਦੇ ਹੁੰਦੇ, ਵੀਡੀਓ ਭੇਜੋ, ਤੁਹਾਡੇ ਕੋਲ ਕੋਈ ਰਿਸ਼ਵਤ ਲੈਂਦਾ। ਹੁਣ ਇਦਾਂ ਦੀਆਂ ਚਿੱਠੀਆਂ ਤੇ 500 ਆ ਜਾਣਗੀਆਂ, ਸਰਕਾਰ ਇਸੇ ਕੰਮ ਤੇ ਰਹਿ ਜਾਊ। ਦੇਖੋ ਜੀ, ਇਹ ਕਿ ਚਿੱਠੀਆਂ ਬਹੁਤ ਸਾਰੀਆਂ ਵਾਇਰਲ ਹੁੰਦੀਆਂ ਨੇ, ਪਰ ਜਿੱਡੇ ਵੱਡੇ ਗੰਭੀਰ ਇਲਜ਼ਾਮ ਲੱਗੇ ਨੇ, ਇੰਨੇ ਗੰਭੀਰ ਇਲਜ਼ਾਮ ਲੱਗਣ ਦੇ ਬਾਵਜੂਦ ਜੇ ਅਜੇ ਤੱਕ ਇਹਦੇ ਸਫਾਈ ਦੇ ਵਿੱਚ ਕੁਝ ਨਹੀਂ ਆਇਆ ਉਹਨਾਂ ਅਧਿਕਾਰੀਆਂ ਜਾਂ ਮੁਲਾਜ਼ਮਾਂ ਵੱਲੋਂ। ਦੂਜਾ ਇਹ ਆ ਕਿ ਇਹ ਬਹੁਤ ਵੱਡੇ ਪੱਧਰ ਤੇ ਟੀਚਰਾਂ 'ਚ ਚਰਚਾ ਦਾ ਵਿਸ਼ਾ, ਉਹ ਲੈਟਰ ਬਹੁਤ ਸਾਰੇ ਵਾਇਰਲ ਹੋ ਜਾਂਦੇ ਨੇ, ਪਰ ਇੱਕ ਚੀਜ਼ ਜਿਹੜੀ ਪਬਲਿਕ ਡੋਮੇਨ 'ਚ ਚਲੀ ਜਾਂਦੀ ਹੈਗੀ ਆ, ਅੱਜ ਕਿਸੇ ਮਰਜ਼ੀ ਸਕੂਲ ਦੇ ਵਿੱਚ ਜਾ ਕੇ ਆਪਾਂ ਪੁੱਛ ਲਈਏ, ਇਹ ਚਰਚਾ ਦਾ ਵਿਸ਼ਾ ਬਣੀ 6 ਪੇਜਾਂ ਦੀ ਚਿੱਠੀ। ਅਸੀਂ ਵੀ ਜਥੇਬੰਦੀ ਵੱਲੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਪੱਤਰ ਆਉਂਦੇ ਨੇ। ਉਦਾਹਰਨ ਦੇ ਤੌਰ ਤੇ ਪਹਿਲੇ ਦਿਨ ਕ੍ਰਿਸ਼ਨ ਕੁਮਾਰ ਜੀ ਦੀ ਸ਼ਿਕਾਇਤ ਹੋਈ, ਉਸ ਆਨਲਾਈਨ ਜਿਹੜਾ ਨੰਬਰ ਦਿੱਤਾ ਸੀ, ਅਸੀਂ ਉਸ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਹੈਗਾ। ਠੀਕ ਹੈ। ਉਸ ਤੋਂ ਬਾਅਦ ਵੀ 2-3 ਲੈਟਰ ਆ ਗਏ, ਪਰ ਇਹ 6 ਪੇਜ ਪੜਨ ਤੋਂ ਬਾਅਦ ਸਾਨੂੰ ਲੱਗਿਆ ਕਿ ਇਸ ਤੋਂ ਵੱਧ ਗੰਭੀਰ ਇਲਜ਼ਾਮ ਹੋ ਨਹੀਂ ਸਕਦੇ, ਤੇ ਬਹੁਤ ਸਾਰਾ ਉਹ ਹਿੱਸਾ ਵੀ ਇਹਦੇ ਵਿੱਚ ਹੈਗਾ ਜਿਹੜਾ ਭ੍ਰਿਸ਼ਟਾਚਾਰ ਦੇ ਇਲਾਵਾ ਸਿੱਖਿਆ ਦਾ ਨੁਕਸਾਨ ਕਰਦਾ। ਇਹਦਾ ਮਤਲਬ ਵਿਕਰਮਦੇਵ ਜੀ ਇਹ ਗੱਲ ਹੋ ਗਈ ਵੀ ਤੁਹਾਨੂੰ ਇਹਦੇ 'ਚ ਕਿਤੇ ਸੱਚਾਈ ਲੱਗਦੀ ਹੈ, ਇਹਦੇ ਤਾਂ ਹੀ ਤੁਸੀਂ ਬੜੇ ਸੀਰੀਅਸ ਜਿਹੀ ਡਿਮਾਂਡ ਵੀ ਕਰ ਰਹੇ, ਤੁਸੀਂ ਆਪਣੀ ਵੀ ਕਮੇਟੀ ਬਣਾਈ ਕੋਈ ਇਹਦੀ ਜਾਂਚ ਕਰਨ ਲਈ। ਦੇਖੋ, ਇਸ ਦੇ ਵਿੱਚ ਜਿਹੜੀ ਇਹ ਗੱਲ ਰੱਖੀ ਗਈ ਆ ਕਿ ਸਿੱਖਿਆ ਦੇ ਵਿੱਚ ਇੱਕ ਸਮਾਨਾਂਤਰ ਢਾਂਚਾ ਖੜਾ ਕੀਤਾ ਗਿਆ, ਦੱਸੋ ਹੈ ਕੀ ਇਹ ਸੱਚਾਈ ਆ। ਦੇਖੋ, 2 ਤਰ੍ਹਾਂ ਦੇ ਢਾਂਚੇ ਨੇ ਸਾਡੇ ਸਿੱਖਿਆ ਮਹਿਕਮੇ ਦੇ ਵਿੱਚ। ਇੱਕ ਤਾਂ ਸੰਵਿਧਾਨਕ ਢਾਂਚਾ, ਜਿਸ ਦੇ ਵਿੱਚ ਵੱਖ-ਵੱਖ ਅਦਾਰੇ ਨੇ, ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਦਫ਼ਤਰ ਨੇ, DPI ਦਫ਼ਤਰ ਨੇ, SCRT ਦਫ਼ਤਰ ਨੇ, ਸਾਡੇ ਪਹਿਲਾਂ ਸਰਕਲ ਐਜੂਕੇਸ਼ਨ ਦਫ਼ਤਰ ਹੁੰਦੇ ਸੀ, ਤੇ ਹੇਠਲਾ ਅਦਾਰਾ ਉੱਪਰਲੇ ਅਦਾਰੇ ਦੇ ਅਧੀਨ ਕੰਮ ਕਰਦਾ, ਜੂਨੀਅਰ ਕਰਮਚਾਰੀ ਸੀਨੀਅਰ ਕਰਮਚਾਰੀ ਦੇ ਅਧੀਨ ਕੰਮ ਕਰਦਾ। ਪਰ ਹੋਇਆ ਇਹ, ਜੋ ਕਿ ਬਿਲਕੁਲ ਸੱਚ ਆ, ਓਪਨ ਗੱਲ ਆ ਬਿਲਕੁਲ, ਕਿ ਜਿਹੜੇ ਅਧਿਆਪਕ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਕੂਲਾਂ ਦੇ ਵਿੱਚੋਂ ਬਾਹਰ ਕਰਕੇ ਪ੍ਰੋਜੈਕਟ ਦੇ ਵਿੱਚ ਜਿਹੜੇ ਉਹਨਾਂ ਦੇ ਸੀਨੀਅਰ ਅਧਿਕਾਰੀ ਨੇ ਉਹਨਾਂ ਤੋਂ ਉੱਪਰ ਲਗਾ ਕੇ ਬਿਠਾ ਦਿੱਤੇ ਗਏ। ਤੇ ਜੇ ਹਜ਼ਾਰਾਂ ਅਧਿਆਪਕ ਸਕੂਲਾਂ ਤੋਂ ਬਾਹਰ ਨੇ, ਉਹ ਸਕੂਲਾਂ ਦੀ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਆ। ਤਾਂ ਇਹ ਕੰਮ ਤੇ ਸਕੂਲਾਂ ਦਾ ਹੀ ਕਰਦੇ ਹੋਣਗੇ, ਬੱਚਿਆਂ ਦਾ ਹੀ ਕਰਦੇ ਹੋਣਗੇ ਨਾ। ਉਹਦੇ ਲਈ ਸੰਵਿਧਾਨਕ ਢਾਂਚਾ ਬਣਿਆ ਹੋਇਆ। SCRT ਆ, ਡਾਈਟਸ ਨੇ, ਪਹਿਲਾਂ ਇਨ ਸਰਵਿਸ ਟ੍ਰੇਨਿੰਗ ਸੈਂਟਰ ਹੁੰਦੇ ਸੀ ਜੋ ਬੰਦ ਕਰ ਦਿੱਤੇ ਗਏ। ਇੱਕ ਸੰਵਿਧਾਨਕ ਢਾਂਚੇ ਨੂੰ ਕਮਜ਼ੋਰ ਕਰਕੇ, ਢਾਹ ਕੇ, ਕਈ ਉਹਦੇ ਚੋਂ ਜਿਵੇਂ ਇਨ ਸਰਵਿਸ ਟ੍ਰੇਨਿੰਗ ਸੈਂਟਰ ਹੁੰਦੇ ਸੀ ਜਿੱਥੇ ਸੀਨੀਅਰ ਅਧਿਆਪਕ ਟ੍ਰੇਨ ਕਰਦੇ ਸੀ ਜੂਨੀਅਰ ਅਧਿਆਪਕਾਂ ਨੂੰ, ਉਹ ਸਾਰੇ ਬੰਦ ਕਰ ਦਿੱਤੇ ਗਏ। ਉਹ ਬੰਦ ਕਰਕੇ ਆਪਾਂ ਕਹੀਏ ਕਿ ਅਧਿਆਪਕਾਂ ਨੂੰ ਦਫ਼ਤਰਾਂ ਦੇ ਵਿੱਚ ਕਰਮਚਾਰੀਆਂ ਵਾਂਗ ਉੱਥੇ ਫਾਈਲਾਂ ਫਰੋਲਣ ਲਾ ਦਈਏ, ਜਾਂ ਜੋ ਕੰਮ ਇਨ ਸਰਵਿਸ ਟ੍ਰੇਨਿੰਗ ਸੈਂਟਰਾਂ ਦਾ, ਲੈਕਚਰਾਰਾਂ ਦਾ ਕੰਮ ਆ ਸੀਨੀਅਰ ਦਾ, ਉਹਨਾਂ ਨੂੰ ਲਗਾ ਦਈਏ ਨਾ। ਜੇ ਕਿਸੇ ਅਧਿਕਾਰੀ ਨੂੰ ਲੱਗਦਾ ਹੋਊਗਾ ਵੀ ਇਹ ਖੜੋਤ ਜੀ ਆਈ ਹੈ, ਸਟੈਗਨੇਸ਼ਨ ਆਈ ਹੈ, ਤੇ ਇਹਦੇ 'ਚ ਕੰਮ ਵੱਧ ਹੋਣਾ ਚਾਹੀਦਾ। ਤੁਸੀਂ ਕੁਝ ਕਹਿਣਾ ਚਾਹੁੰਦੇ? ਹਾਂ, ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਸੁਧਾਰ ਦੀ ਜ਼ਰੂਰਤ ਹੋਵੇ, ਮਤਲਬ ਚੇਂਜ ਵੀ ਲੈ ਕੇ ਆਉਣੀ ਹੈਗੀ, ਪਰ ਉਸ ਚੇਂਜ ਲਈ ਵੱਖਰਾ ਇੱਕ ਕਹਿ ਲਈਏ ਕਿ ਮੁਲਾਜ਼ਮ ਭਰਤੀ ਹੋਣੇ ਚਾਹੀਦੇ ਨੇ। ਜਿਹੜੇ ਟੀਚਰਾਂ ਦੀ ਭਰਤੀ ਇਸ ਕਰਕੇ ਹੋਈ ਕਿ ਉਹਨਾਂ ਨੇ ਬੱਚਿਆਂ ਨੂੰ ਪੜਾਉਣਾ ਹੈਗਾ। ਹਰਦੇਵ ਜੀ, ਉਹ ਕੰਮ ਤੇ ਸਕੂਲਾਂ 'ਚ ਕਰਦੇ ਸੀ। ਨਹੀਂ, ਸਕੂਲਾਂ ਦੇ ਵਿੱਚ ਨਹੀਂ, ਸਕੂਲ ਤੋਂ ਸਿੱਖਿਆ ਵਿਭਾਗ ਵਿੱਚ ਹੀ ਕੰਮ ਕਰ ਰਹੇ ਸੀ ਉਹ। ਅਸੀਂ ਫਿਰ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਦੋਂ ਕੋਈ ਟੀਚਰ ਬਣਦਾ ਹੈਗਾ, ਉਹਦੀ ਟ੍ਰੇਨਿੰਗ ਹੁੰਦੀ ਹੈਗੀ ਆ। ਉਹਨਾਂ ਦੀ ਟ੍ਰੇਨਿੰਗ ਦਾ ਵੱਡਾ ਪਾਰਟ ਇਹ ਹੁੰਦਾ ਕਿ ਟੀਚਰ ਨੇ ਸਕੂਲ ਨੂੰ ਮੇਨਟੇਨ ਕਿਵੇਂ ਕਰਨਾ, ਬੱਚੇ ਨੂੰ ਪੜਾਉਣਾ ਕਿਵੇਂ ਹੈਗਾ, ਸਕੂਲ ਦਾ ਰਿਕਾਰਡ ਕਿਵੇਂ ਪੂਰਾ ਕਰਨਾ ਹੈਗਾ। ਉਸ ਟੀਚਰ ਦੀ ਟ੍ਰੇਨਿੰਗ ਵੀ ਇਸ ਪਰਪਸ ਲਈ ਨਹੀਂ ਹੁੰਦੀ, ਤੇ ਉਹਦੀ ਨੌਕਰੀ ਵੀ ਇਸ ਪਰਪਸ ਲਈ ਨਹੀਂ ਹੁੰਦੀ ਕਿ ਅਧਿਆਪਕ ਅੱਗੇ ਅਧਿਆਪਕਾਂ ਨੂੰ ਪੜਾਊਗਾ।
ਆਪਣੇ ਸੀਨੀਅਰ ਅਧਿਆਪਕਾਂ ਨੂੰ ਵੀ ਪੜਾਊਗਾ। ਇਦਾਂ ਵੀ ਹੁੰਦਾ ਬਿਲਕੁਲ ਹੁੰਦਾ ਜੀ। ਜਿਹੜੇ BM DM ਜਾਂ ਕਹਿ ਲਈਏ ਕਿ CMT ਪ੍ਰਾਇਮਰੀ ਦੇ ਵਿੱਚ ਹੁੰਦੇ ਸੀ, ਉਹ ਸਾਰੇ ਦਾ ਸਾਰਾ ਜਿਹੜਾ ਪੈਰਲਲ ਢਾਂਚਾ, ਉਹ ਕਹਿ ਲਈਏ ਕਿ ਬਿਲਕੁਲ ਫਰੈਸ਼ ਭਰਤੀਆਂ ਵਾਲੇ ਵੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਆ ਕੇ ਬਾਕੀ ਜਿਹੜੇ ਅਧਿਆਪਕਾਂ ਨੂੰ ਇਹ ਟੀਚ ਕਰਦੇ ਹੈਗੇ ਨੇ ਕਿ ਤੁਸੀਂ ਪੜਾਉਣਾ ਕਿਵੇਂ ਆ। ਮੇਰਾ ਟੀਚਰ ਨੂੰ ਪੜਾਉਂਦਾ ਸੀ। ਬਿਲਕੁਲ, ਟੀਚਰ ਨੂੰ ਪੜਾਉਂਦਾ। ਪਹਿਲਾਂ ਇਸ ਕੰਮ ਦੇ ਲਈ ਜਿਹੜਾ ਪੜਾਉਂਦਾ ਟੀਚਰ ਉਹ ਕਿੱਥੋਂ ਪੜ੍ਹ ਕੇ ਆਇਆ ਸੀ? ਉਹਨਾਂ ਲਈ ਵੱਖਰੀ ਟ੍ਰੇਨਿੰਗ ਕਹਿ ਲਈਏ ਉੱਪਰੋਂ ਸਟੇਟ ਤੋਂ ਲੱਗਦੀ ਹੈਗੀ ਹੈ। ਉਹ ਕੌਣ ਸੀ? ਉਹ ਕੌਣ ਪੜਾਉਂਦੇ? ਇਹ ਜਿਹੜਾ ਹੈਗਾ ਜੀ, ਜਿਹੜਾ ਪੜ੍ਹੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਜਦੋਂ ਦਾ ਸ਼ੁਰੂ ਹੋਇਆ ਹੈਗਾ, ਇਸ ਦੇ ਵਿੱਚ ਇੱਕ ਸਿਸਟਮ ਆ ਕਿ ਪਹਿਲਾਂ ਸਟੇਟ ਲੈਵਲ ਤੇ ਕਹਿ ਲਈਏ ਟ੍ਰੇਨਿੰਗ ਹੁੰਦੀ ਹੈ, ਉਸ ਤੋਂ ਨੀਚੇ ਫਿਰ ਡਿਸਟ੍ਰਿਕਟ ਲੈਵਲ ਵਾਲੇ, ਬਲਾਕ ਲੈਵਲ ਤੇ, ਉੱਥੋਂ ਕਹਿ ਲਈਏ ਅੱਗੇ ਜਾ ਕੇ ਸਕੂਲਾਂ ਦੇ ਟੀਚਰਾਂ ਨੂੰ ਟ੍ਰੇਨਿੰਗ, ਜਾਂ ਕਹਿ ਲਈਏ ਸਕੂਲਾਂ ਦੇ ਟੀਚਰ ਦੇ ਹੋਣ ਦੇ ਬਾਵਜੂਦ ਟੀਚਰ ਨੂੰ ਕਹਿਣਾ ਵੀ ਤੂੰ ਬਹਿ ਜਾ ਇੱਥੇ, ਤੇਰੀ ਕਲਾਸ ਨੂੰ ਅੱਜ ਮੈਂ ਪੜ੍ਹਾ ਕੇ ਜਾਣਾ ਹੈਗਾ। ਮਤਲਬ ਟੀਚਰ ਦੀ ਹਾਜ਼ਰੀ 'ਚ ਬਾਹਰੋਂ ਇੱਕ ਟੀਚਰ ਜਾ ਕੇ ਬੱਚਿਆਂ ਨੂੰ ਵੀ ਪੜ੍ਹਾਉਣ ਦਾ ਕੰਮ ਕਰਦਾ, ਉਸ ਟੀਚਰ ਦੇ ਸਾਹਮਣੇ ਨਾਲ ਉਹ ਟੀਚਰਾਂ ਨੂੰ ਵੀ ਗਾਈਡ ਕਰਕੇ ਜਾਂਦੇ ਨੇ ਕਿ ਤੁਸੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਪੜਾਉਣਾ। ਮੈਂ ਕਹਿੰਦਾ ਇਹ ਚੰਗਾ ਕੰਮ ਨਹੀਂ ਗਾ ਵੀ ਇੱਕ ਟ੍ਰੇਨਿੰਗ ਦਿੱਤੀ ਹੈ, ਨਵੇਂ ਢੰਗ ਨਾਲ ਟ੍ਰੇਨਿੰਗ ਦਿੱਤੀ ਹੈ ਉਸ ਕੰਮ ਲਈ ਜੀ। ਉਸ ਕੰਮ ਲਈ ਜਿਹੜਾ ਢਾਂਚਾ ਹੈਗਾ ਸੀ, ਇਨ ਸਰਵਿਸ ਟ੍ਰੇਨਿੰਗ ਸੈਂਟਰ ਸੀ, ਉਹ ਸੈਮੀਨਾਰ ਲਾਉਂਦੇ ਸੀ ਟਾਈਮ ਟੂ ਟਾਈਮ। ਉਹਨਾਂ ਦਾ ਪਰਪਸ ਇਹੋ ਸੀ, ਉਹ ਖਤਮ ਕਰਕੇ ਬਕਾਇਦਾ ਵਿੰਗ ਹੈਗਾ ਇੱਕ, ਬਿਲਕੁਲ ਆਲਰੇਡੀ ਹੈਗਾ ਸੀ ਜੀ ਡਾਇਟਾਂ ਤੇ ਇਨ ਸਰਵਿਸ ਟ੍ਰੇਨਿੰਗ ਸੈਂਟਰ। ਉਹ ਬੰਦ ਕਰਕੇ ਅਸੀਂ ਟੀਚਰਾਂ ਨੂੰ ਹੀ ਫੀਲਡ ਦੇ ਵਿੱਚ ਉਤਾਰ ਦਾਂਗੇ, ਥੋੜੀ ਗਿਣਤੀ ਨਹੀਂ, ਹਜ਼ਾਰਾਂ ਦੇ ਵਿੱਚ ਟੀਚਰ, ਤੇ ਉਹਨਾਂ ਦੀ ਹਾਜ਼ਰੀ ਦਾ ਵੀ ਕਿਤੇ ਕੋਈ ਜਵਾਬਦੇਹੀ ਨਹੀਂ, ਕਿੱਥੇ ਲੱਗਣੀ ਕਿੱਥੇ ਨਹੀਂ। ਵੇਖਿਆ ਵੀ ਮੈਨੂੰ ਯਾਦ ਆ ਗਿਆ ਵੀ ਪਿਛਲੇ 5 ਸਾਲਾਂ 'ਚ ਤੇ ਤੁਹਾਨੂੰ ਅਵਾਰਡ ਹੀ ਬਹੁਤ ਮਿਲੇ, ਕੌਮੀ ਪੱਧਰ ਤੇ ਕਈ ਅਵਾਰਡ ਮਿਲੇ। ਕੈਪਟਨ ਅਮਰਿੰਦਰ ਸਿੰਘ ਗਦਗਦ ਹੁੰਦੇ ਸੀ ਵੀ ਕਮਾਲ ਹੋ ਗਈ, ਇਹੀ ਨੰਬਰ 1 ਤੇ ਆ, ਤੇ ਤੁਸੀਂ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਜੀ। ਦੇਖੋ, ਇਹੀ ਸਮੱਸਿਆ ਕਿ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਕੇ ਕਿਵੇਂ ਪੇਸ਼ ਕੀਤਾ ਗਿਆ ਪਿਛਲੇ ਸਾਲਾਂ ਦੇ ਵਿੱਚ। ਹੋਇਆ ਇਹ ਕਿ ਝੂਠੇ ਅੰਕੜੇ ਦਿਖਾਏ ਗਏ, ਜਿਵੇਂ SSA ਰਮਸਾ ਦੀ ਤਨਖਾਹ ਕਟੌਤੀ ਕੀਤੀ, 700 ਅਧਿਆਪਕਾਂ ਤੋਂ ਪੁੱਛ ਕੇ ਕਿ ਕੀ ਤੁਸੀਂ 10-300 ਤੇ ਜਾਣ ਨੂੰ ਤਿਆਰ ਹੋ, ਉਹਨਾਂ ਚੋਂ 94% ਨੇ ਹਾਂ ਕਰਤਾ, ਕਿਉਂਕਿ ਆਲਰੇਡੀ ਪਹਿਲਾਂ ਹੀ ਉਹ ਨਵੀਂ ਭਰਤੀ 35-82 'ਚ ਜਾ ਚੁੱਕੇ ਸੀ। 700 ਦਾ ਸਰਵੇ ਕੀਤਾ, ਲਾਗੂ ਕਿਹਨਾਂ ਦੇ ਉੱਪਰ ਕੀਤਾ? 88-86 ਦੇ ਉੱਪਰ, ਇਹ ਕਹਿ ਕੇ ਕਿ ਇਹਨਾਂ ਚੋਂ 94% ਸਹਿਮਤ ਨੇ। ਇਸੇ ਢੰਗ ਨਾਲ ਝੂਠੇ ਅੰਕੜੇ ਖੜੇ ਕੀਤੇ। ਸਰਵੇ ਇੱਕ ਨੈਸ਼ਨਲ ਅਚੀਵਮੈਂਟ ਸਰਵੇ ਹੋਇਆ। ਸਰਵੇ ਦਾ ਅਰਥ ਇਹ ਹੁੰਦਾ ਕਿ ਤੁਸੀਂ ਜੋ ਰਿਐਲਿਟੀ ਆ ਉਸ ਦਾ ਚੈੱਕ ਕਰਨਾ, ਪਰ ਸਾਡੇ ਲਈ ਕੀ ਕੀਤਾ ਗਿਆ, 6 ਮਹੀਨੇ ਅਧਿਆਪਕਾਂ ਦੀ, ਬੱਚਿਆਂ ਦੀ ਸਰਵੇ ਦੀ ਟ੍ਰੇਨਿੰਗ ਲਗਾਈ ਗਈ ਕਿ ਤੁਸੀਂ ਕਿਵੇਂ ਸਰਵੇ ਦੇ ਵਿੱਚ ਕਿਹੜੇ ਪ੍ਰਸ਼ਨ ਦਾ ਕੀ ਜਵਾਬ ਦੇਣਾ, ਤਾਂ ਜੋ ਬੁਨਿਆਦੀ ਜੋ ਉਸ ਦਾ ਕੰਮ ਹੈਗਾ ਕਿ ਪੜ੍ਹਾਈ ਬਿਹਤਰ ਹੋਵੇ, ਜਿੰਨੀਆਂ ਸਹੂਲਤਾਂ ਨੇ ਉਹ ਅੱਛੀਆਂ ਹੋਣ, ਉਹ ਚੈੱਕ ਕਰਨ ਦੀ ਥਾਂ ਝੂਠ ਨੂੰ ਸੱਚ ਦਿਖਾ ਕੇ ਪੇਸ਼ ਕੀਤਾ ਜਾਵੇ। ਹੈਰਾਨ ਹੋਵੋਗੇ ਤੁਸੀਂ ਕਿ 19,000 ਸਕੂਲ ਪੰਜਾਬ ਦੇ 6 ਮਹੀਨੇ ਸਿਲੇਬਸ ਤੋਂ ਤੋੜ ਕੇ ਸਿਰਫ ਇੱਕ ਸਰਵੇ ਦੇ ਪਿੱਛੇ ਲਾਤੇ, ਤੇ ਜਦੋਂ ਸਰਵੇ ਹੋਇਆ 400 ਸਕੂਲਾਂ ਦਾ, ਤਾਂ ਬਾਕੀ ਜਿਹੜੇ 18,500 ਸਕੂਲ ਸੀ, ਉਹ ਬੱਚੇ ਜਿਨ੍ਹਾਂ ਨੂੰ ਦਾ ਸਰਵੇ ਹੋਇਆ ਹੀ ਨਹੀਂ। ਮਤਲਬ ਵੀ ਅਧਿਕਾਰੀ ਚਾਹੁੰਦੇ ਅਸੀਂ ਵੀ ਪੜ੍ਹਾਈ ਪਵੇ ਖੂਹ 'ਚ, ਅਵਾਰਡ ਲੈਣੇ, ਤੁਸੀਂ ਇਹ ਕਹਿਣਾ? ਬਿਲਕੁਲ, ਦੇਖੋ ਇਹੀ ਕੁਝ ਹੋਇਆ ਨਾ ਕਿ ਗਲਤ ਨੂੰ ਸਹੀ ਦਿਖਾਉਣ ਦੇ ਲਈ ਝੂਠੇ ਅੰਕੜਿਆਂ ਦਾ ਉਹ ਸਭ ਕੁਝ ਖੜਾ ਕੀਤਾ। 100% ਗੈਰ ਵਿਗਿਆਨਕ ਜਿਹੜਾ ਤਰੀਕਾ ਕਿ 100% ਬੱਚਿਆਂ ਦੀ ਹਾਜ਼ਰੀ ਦਿਖਾਓ, 100% ਸਾਰੇ ਪਾਸ ਹੋਣ, 100% ਨੰਬਰ ਹੋਣ। ਕੀ ਕੋਈ ਵਿਗਿਆਨਕ ਤਰੀਕਾ ਹੋ ਸਕਦਾ? ਪ੍ਰਾਊਡ ਕਰਨਾ ਚਾਹੀਦਾ ਵੀ ਸਿੱਖਿਆ ਭਾਗ ਨੂੰ। ਕਿਵੇਂ ਪ੍ਰਾਊਡ ਕਰੀਏ ਜੀ ਕਿ ਪੰਜਾਬ ਦੇ ਵਿੱਚ 98% ਬੱਚੇ, 97% ਬੱਚੇ ਇਹੋ ਜਿਹੇ ਹੋਣ ਜਿਨ੍ਹਾਂ ਦੇ 100% ਨੰਬਰ ਹੋਣ? ਇਹ ਸੰਭਵ ਨਹੀਂ ਹੈਗਾ। ਤਾਂ ਉਹ ਸਭ ਕਿਉਂ ਪੇਸ਼ ਕੀਤਾ ਗਿਆ ਕਿ ਇੱਕ ਤਾਂ ਆਪ ਇੱਥੇ ਇਹ ਹੋਵੇ ਕਿ ਅਸੀਂ ਇੱਕ ਨੰਬਰ ਆ ਗਏ। ਵਿਕਰਮ ਦੇਵ ਸੱਚ ਬੋਲ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਝੂਠ ਬੋਲਦੇ ਸੀ ਬਤੌਰ ਮੁੱਖ ਮੰਤਰੀ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਸ਼ੀਸ਼ਾ ਦਿਖਾਇਆ, ਉਹੀ ਸ਼ੀਸ਼ਾ ਕਿ ਤੁਸੀਂ ਝੂਠੇ ਹੋ, ਤੁਹਾਨੇ ਇਹ ਝੂਠੇ ਅੰਕੜਿਆਂ ਦੇ ਨਾਲ ਪੰਜਾਬ ਨੂੰ ਨੰਬਰ 1 ਦਿਖਾਇਆ। ਨਹੀਂ ਤਾਂ ਇਹ ਕਿਹੜਾ ਮੈਥਡ ਆ ਕਿ ਪੰਜਾਬ 'ਚ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਦੀ 5 ਸਾਲ ਦੌਰਾਨ ਇੱਕ ਵੀ ਭਰਤੀ ਨਾ ਹੋਵੇ ਤੇ ਸਿੱਖਿਆ 'ਚ ਨੰਬਰ 1 ਆ ਜਾਈਏ। ਬਿਨਾਂ ਅਧਿਆਪਕ ਤੋਂ ਕੀ ਕੋਈ ਸਿੱਖਿਆ ਦਾ ਸੁਧਾਰ ਹੋ ਸਕਦਾ? ਬਿਲਕੁਲ ਵੀ ਨਹੀਂ ਹੋ ਸਕਦਾ। ਇਸ ਕਰਕੇ ਉਹ ਅੰਕੜੇ ਝੂਠੇ ਸੀ, ਲੋਕਾਂ ਨੇ ਸ਼ੀਸ਼ਾ ਦਿਖਾਇਆ। ਹਰਦੀਪ ਜੀ, ਇਹ ਜਿਹੜਾ ਸਿੱਖਿਆ ਮਾਫੀਆ, ਇਹਦੇ ਸਭ ਤੋਂ ਗੰਭੀਰ ਜਿਹੜਾ ਦੋਸ਼ ਜਿਹੜਾ ਤੁਹਾਨੂੰ ਲੱਗਦਾ ਵੀ ਬਹੁਤ ਚਿੰਤਾ ਦਾ ਵਿਸ਼ਾ ਕੀ ਲੱਗਦਾ? ਸਭ ਤੋਂ ਵੱਧ ਗੰਭੀਰ ਇਹ ਹੈਗਾ ਕਿ ਪ੍ਰਿੰਟਿੰਗ ਮਟੀਰੀਅਲ ਦੇ ਬਾਰੇ ਜਿਹੜੇ ਇਹਨਾਂ ਨੇ ਖੁਲਾਸੇ ਕੀਤੇ ਨੇ। ਬਾਕੀ ਤਾਂ ਇਹ ਤਾਂ ਹੈ ਨਹੀਂ ਕਿ ਬਿਲਡਿੰਗਾਂ ਦੇ ਵਿੱਚੋਂ ਕੋਈ ਪੈਸਾ ਆ ਗਿਆ ਜਾਂ ਕਿਤੋਂ ਸਕੂਲਾਂ ਦੇ ਵਿੱਚ ਜਾਣਾ ਹੈਗਾ। ਪ੍ਰਿੰਟਿੰਗ ਮਟੀਰੀਅਲ ਦੇ ਮਾਮਲੇ ਤੇ ਜਿਹੜੇ ਦੋਸ਼ ਇਹਨਾਂ ਨੇ ਲਾਏ ਹੈਗੇ ਨੇ, ਉਹ ਸਭ ਤੋਂ ਵੱਧ ਗੰਭੀਰ ਨੇ, ਕਿਉਂਕਿ
ਇਹਨਾਂ ਨੇ ਨਾਲ ਜਿਹੜੇ ਇਨਵੋਲਵ ਸੀ ਉਸ ਟੀਮ ਦੇ ਵਿੱਚ, ਉਹਨਾਂ ਦੇ ਵੀ ਜਦੋਂ ਜਾਇਦਾਦਾਂ ਦੇ ਵੇਰਵੇ ਦਿੱਤੇ ਹੈਗੇ ਨੇ, ਅਸੀਂ ਨਹੀਂ ਕਹਿੰਦੇ ਕਿ ਉਹ ਸਹੀ ਵੇਰਵੇ ਨੇ ਜਾਂ ਗਲਤ ਨੇ, ਅਸੀਂ ਫੈਕਟ ਫਾਈਂਡ ਕਰਾਂਗੇ ਉਸ ਮਾਮਲੇ ਤੇ ਕੀ ਜੋ ਆਪ ਕਮੇਟੀ ਬਣਾਈ ਹੈ ਨਾ। ਹਾਂਜੀ ਅਸੀਂ ਕਮੇਟੀ ਬਣਾਈ ਆ, ਸਾਥੀ ਗੱਲ ਰੱਖ ਲੈਣਗੇ ਕਿ ਇੱਕ ਤਾਂ ਸਰਕਾਰ ਤੋਂ ਮੰਗ ਕੀਤੀ ਆ ਕਿ ਵਿਜੀਲੈਂਸ ਇਨਕੁਆਇਰੀ ਹੋਵੇ ਤੇ ਨਿਆਂਇਕ ਜਾਂਚ ਹੋਵੇ। ਬਾਕੀ ਅਸੀਂ ਆਪਣੀ ਫੈਕਟ ਫਾਈਂਡਿੰਗ ਕਮੇਟੀ ਬਣਾਈ ਆ, ਡਾਕਟਰ ਹਰਦੀਪ ਟੋਡਰਪੁਰ ਉਹਦੇ ਅਸੀਂ ਇੰਚਾਰਜ ਲਾਏ ਨੇ। ਇਹ ਇੰਚਾਰਜ, ਹਾਂਜੀ, ਓਕੇ, ਠੀਕ। ਤੇ ਉਹ ਫੈਕਟ ਫਾਈਂਡ ਕਰਾਂਗੇ ਲਾਜ਼ਮੀ ਤੌਰ ਤੇ। ਉਸ ਦੇ ਤੁਸੀਂ ਕਰ ਰਹੇ ਸੀ, ਮਤਲਬ ਗੰਭੀਰ ਜਿਹੜੀ ਗੱਲ ਲੱਗਦੀ ਪ੍ਰਿੰਟਿੰਗ ਦੇ ਮਾਮਲੇ ਤੇ ਜਿਹੜੇ ਦੋਸ਼ ਨੇ ਉਹ ਬਹੁਤ ਗੰਭੀਰ ਨੇ, ਕਿਉਂਕਿ ਕਰੋੜਾਂ ਰੁਪਏ ਦਾ ਪ੍ਰਿੰਟਿੰਗ ਮਟੀਰੀਅਲ ਪਿਛਲੇ ਸਮੇਂ ਦੇ ਵਿੱਚ ਛਪਿਆ ਤੇ ਵੰਡਿਆ ਗਿਆ ਹੈਗਾ। ਠੀਕ ਹੈ। ਉਹ ਪ੍ਰਿੰਟਿੰਗ ਮਟੀਰੀਅਲ ਜਿਹੜਾ ਹੈਗਾ ਲੋਕਡਾਊਨ ਦੇ ਦਿਨਾਂ 'ਚ ਜਦੋਂ ਸਕੂਲ ਬੰਦ ਸੀ ਉਹਨਾਂ ਸਮਿਆਂ ਦੇ ਵਿੱਚ ਵੀ ਡਿਸਟ੍ਰੀਬਿਊਟ ਹੁੰਦਾ ਰਿਹਾ, ਜਿਹੜਾ ਕਹਿ ਲਈਏ ਕਿ ਕੰਮ ਨਹੀਂ ਆਇਆ। ਇੱਕ ਹੈਰਾਨੀ ਦੀ ਗੱਲ ਇਹ ਕਿ ਜਿਹੜਾ ਕੋਈ ਵੀ ਸਰਵੇ ਹੁੰਦਾ, ਵਿਕਰਮ ਸਾਥੀ ਗੱਲ ਕਰ ਰਹੇ ਸੀ, ਉਹ ਗਰਾਊਂਡ ਰਿਐਲਿਟੀ ਚੈੱਕ ਕਰਨ ਲਈ ਹੁੰਦਾ ਹੈਗਾ ਸਰਵੇ। ਸਰਵੇ ਦਾ ਮਤਲਬ ਇਹ ਕਦੇ ਨਹੀਂ ਹੁੰਦਾ ਕਿ ਉਹ ਸਾਡਾ ਇੱਕ ਐਗਜ਼ਾਮ ਹੈਗਾ, ਪਰ ਸਰਵੇ ਤੋਂ ਪਹਿਲਾਂ ਉਸ ਦੀ ਤਿਆਰੀ ਬਕਾਇਦਾ ਇੱਕ ਐਗਜ਼ਾਮ ਦੀ ਤਰ੍ਹਾਂ ਕਿ ਪੇਪਰ ਹੋਣਾ, ਜਿਸ ਤਰ੍ਹਾਂ ਟੀਚਰਾਂ ਦੀ ਵੀ ਤੇ ਬੱਚਿਆਂ ਦੀ ਵੀ ਉਸ ਤਰੀਕੇ ਦੇ ਨਾਲ ਤਿਆਰੀ ਕਰਵਾਈ ਗਈ ਤੇ ਉਹਦੇ ਲਈ ਵੀ ਬਕਾਇਦਾ ਪ੍ਰਿੰਟਿੰਗ ਮਟੀਰੀਅਲ ਆਇਆ। ਓਕੇ। ਆਪਣੇ ਸਕੂਲ ਦੇ ਵਿੱਚ ਕੀ ਚੀਜ਼ ਚੰਗੀ ਆ ਤੇ ਕੀ ਮਾੜੀ ਆ, ਕਿਸ ਚੀਜ਼ ਨੂੰ ਕਰਨ ਦੀ ਜ਼ਰੂਰਤ ਹੈਗੀ ਆ, ਕਿਸ ਚੀਜ਼ ਨੂੰ ਨਹੀਂ ਕਰਨ ਦੀ ਜ਼ਰੂਰਤ। ਪੜ੍ਹਾਈ ਸਿਲੇਬਸ ਨੂੰ ਛੱਡ ਕੇ ਤੇ ਅਵਾਰਡ ਜਿੱਤਣ ਵਾਲੇ ਪਾਸੇ ਸਾਰਾ ਬਿਲਕੁਲ ਜੀ, ਬਿਲਕੁਲ ਸਾਰੇ ਦਾ ਸਾਰਾ ਨੈਸ ਦਾ ਜਿਹੜਾ ਇੱਕ ਸਰਵੇ ਹੋਣਾ ਸੀ, ਇੱਕ ਸਰਵੇ ਦੇ ਵਿੱਚ ਪੂਰੀ ਤਾਕਤ ਝੋਕ ਦਿੱਤੀ ਗਈ, ਜਿਹੜਾ ਕਿ ਸਾਨੂੰ ਲੱਗਦਾ ਕਿ ਇਹ ਜਿਹੜਾ ਪ੍ਰਿੰਟਿੰਗ ਮਟੀਰੀਅਲ ਜੇ ਉੱਥੇ ਵੀ ਆਇਆ ਹੈਗਾ ਉਸ ਚੀਜ਼ ਲਈ ਵੀ ਖਰਚ ਕੀਤਾ ਗਿਆ ਹੈਗਾ। ਤਾਂ ਇਹ ਹੈ ਕਿ ਜਾਂਚ ਤਾਂ ਹੋਣੀ ਚਾਹੀਦੀ ਹੈ। ਅਸੀਂ ਇਹ ਕਹਾਂਗੇ ਸਗੋਂ ਕਿ ਜੇ ਜਿਨ੍ਹਾਂ ਲੋਕਾਂ ਦੇ ਨਾਮ ਆਏ ਉਹਨਾਂ ਨੂੰ ਸਗੋਂ ਆਪ ਆਪਣਾ ਪੱਖ ਰੱਖਣਾ ਚਾਹੀਦਾ, ਉਹ ਸਾਡੇ ਕੋਲ ਰੱਖ ਦੇਣ, ਸਰਕਾਰ ਕੋਲੇ ਰੱਖ ਦੇਣ, ਇਹ ਉਹਨਾਂ ਦੀ ਇੱਛਾ ਹੈਗੀ ਹੈ, ਕਿਉਂਕਿ ਉਹਨਾਂ ਦਾ ਪਾਕ ਸਾਫ਼ ਹੋਣਾ ਵੀ ਜ਼ਰੂਰੀ ਹੈਗਾ। ਪਰ ਉਹ ਕਿਉਂ ਰੱਖਣਗੇ ਇਦਾਂ ਦੀ ਫਰਜ਼ੀ ਚਿੱਠੀ ਤੇ ਕੋਈ ਲਿਖਦੇ ਜਾਂ ਤਾਂ ਹੋਵੇ ਨਾ ਕਿਸੇ ਨੇ ਐਫੀਡੇਵਿਟ ਦਿੱਤਾ ਹੋਵੇ, ਉਹ ਖਾਮਖਾਈ ਆ ਕੇ ਕਹਿਣ ਵੀ ਮੈਂ ਚੋਰ ਨਹੀਂਗਾ, ਇਹ ਵੀ ਪੋਸੀਬਲ ਨਹੀਂ ਹੈਗਾ ਨਾ। ਚਲੋ ਇਹ ਹੈ ਕਿ ਕੋਈ ਕਮੇਟੀ ਕੋਈ ਉਹਨਾਂ ਨਾਲ ਗੱਲ ਕਰਨੀ ਚਾਹੇ, ਫੋਰ ਐਗਜ਼ਾਮਪਲ ਅਸੀਂ ਅਧਿਆਪਕਾਂ ਦੀ ਜਥੇਬੰਦੀ ਵੱਲੋਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਆ, ਅਸੀਂ ਤਾਂ ਫਰਜ਼ੀ ਨਹੀਂ ਹੈ, ਅਸੀਂ ਇੱਕ ਆਰਗੇਨਾਈਜੇਸ਼ਨ ਦੇ ਤੌਰ ਤੇ ਜੇ ਉਹਨਾਂ ਦਾ ਕਹਿ ਲਈਏ ਪੱਖ ਜੇ ਇਹ ਹੋਇਆ ਕਿ ਨਜਾਇਜ਼ ਆ, ਜੇ ਉਹਨਾਂ ਦੇ ਇਲਜ਼ਾਮ ਲੱਗੇ ਨੇ ਝੂਠੇ ਹੈਗੇ ਨੇ, ਅਸੀਂ ਆਪਣੀ ਰਿਪੋਰਟ ਦੇ ਵਿੱਚ ਦਰਜ ਕਰਾਂਗੇ ਕਿ ਉਹਨਾਂ ਨੇ ਸਾਰਾ ਆਪਣਾ ਰਿਕਾਰਡ ਤੇ ਆਪਣਾ ਸਾਡੇ ਸਾਹਮਣੇ ਰੱਖਿਆ ਪੱਖ, ਉਹਨਾਂ ਦੇ ਉੱਤੇ ਇਲਜ਼ਾਮ ਜਿਹੜੇ ਹੈਗੇ ਨੇ ਬੇਬੁਨਿਆਦ ਨੇ। ਜੇ ਉਹ ਕਹਿ ਲਈਏ ਨਹੀਂ ਸਹਿਯੋਗ ਕਰਨਗੇ ਤਾਂ ਅਸੀਂ ਆਪਣੀ ਰਿਪੋਰਟ ਦੇ ਵਿੱਚ ਉਸ ਤਰ੍ਹਾਂ ਦਾ ਕਹਿ ਲਈਏ ਲਿਖ ਦੇਣਾ। ਦੇਖੋ ਮੈਂ ਵੀ ਇਹਦੇ ਵਿੱਚ ਜਿਹੜੇ ਨਾਂ ਨੇ ਕਈ ਉਹਨਾਂ ਵਿੱਚੋਂ ਕੁਛ ਨੂੰ ਜਾਣਦਾ, ਮਿਲਦਾ ਵੀ ਰਿਹਾ ਬਹੁਤ, ਜਦੋਂ ਮੈਂ ਐਜੂਕੇਸ਼ਨ ਕਵਰ ਕਰਦਾ ਸੀ ਉਹਨਾਂ ਕੋਲ ਇਨਫੋਰਮੇਸ਼ਨ ਲੈਣ ਜਾਂਦਾ ਹੈ ਤਾਂ ਮੈਨੂੰ ਲੱਗਦਾ ਹੈ ਬੰਦੇ ਬਹੁਤ ਵਧੀਆ ਨੇ। ਚਲੋ ਉਹ ਵਧੀਆ ਘਟੀਆ ਤੇ ਹੁਣ ਪਤਾ ਲੱਗ ਜੂ। ਵਿਕਰਮ ਜੀ ਇਹ ਦੱਸੋ, ਮੈਨੂੰ ਯਾਦ ਆ ਗਿਆ ਜਿਹੜੀ ਇਹ ਅਵਾਰਡਾਂ ਵਾਲੀ ਗੱਲ ਹੈ, ਜਿਹੜੇ ਉਹ ਫੇਸਬੁੱਕ ਲਾਈਕ ਵਾਲਾ ਚੱਕਰ ਸੀ ਉਹ ਵੀ ਇਹਦੇ ਨਾਲ ਹੀ ਜੁੜਿਆ। ਦੇਖੋ ਉਹ ਓਵਰਆਲ ਉਹੀ ਸੀ ਕਿ ਝੂਠ ਨੂੰ ਕਿਵੇਂ ਸੱਚ ਬਣਾ ਕੇ ਪੇਸ਼ ਕਰਨਾ। ਅਸੀਂ ਵੀ ਦਿੱਤੇ ਸੀ ਟੀਚਰਾਂ, ਅਸੀਂ ਵੀ ਇਹੀ ਉਦੋਂ ਗੱਲ ਕਹਿੰਦੇ ਸੀ ਵੀ ਜਿਹੜੀ ਗੱਲ ਚੰਗੀ ਹੁੰਦੀ ਆ, ਚੰਗੀ ਨੂੰ ਚੰਗੀ ਦਿਖਾਉਣ ਦੀ ਲੋੜ ਨਹੀਂ ਹੁੰਦੀ, ਚੰਗੀ ਬਣਾਉਣ ਦੀ ਲੋੜ ਹੁੰਦੀ ਆ। ਤਾਂ ਉਹ ਜਿਹੜਾ ਸਾਰਾ ਕੁਝ ਕੀਤਾ ਗਿਆ ਕਿ ਕਿਵੇਂ ਇੱਥੇ ਇਹ ਦਰਸਾ ਦਈਏ ਕਿ ਚਾਹੇ ਪੜ੍ਹਾਈ ਨਹੀਂ ਹੋ ਰਹੀ, ਚਾਹੇ ਭਰਤੀ ਨਹੀਂ ਹੋ ਰਹੀ, ਪਰ ਸਿੱਖਿਆ ਵਧੀਆ ਦਿੱਤੀ ਜਾ ਰਹੀ ਆ। ਦੂਸਰਾ ਮੈਂ ਤੁਹਾਡੇ ਇੱਕ ਧਿਆਨ 'ਚ ਲਿਆਉਣਾ ਚਾਹੁੰਦਾ ਜਿਹੜੀ ਗੱਲ ਕਿ ਪਿਛਲਾ 5 ਸਾਲ ਦਾ ਸਾਡਾ ਸਿੱਖਿਆ ਦਾ ਹੀ ਕਾਰਜਕਾਲ ਜਿਹੜਾ ਸੀ ਉਹ ਕਾਲਾ ਦੌਰ ਨਹੀਂ ਰਿਹਾ, ਸਗੋਂ ਉਹ ਜੇ ਮਹਿਕਮੇ ਪੱਖ ਤੋਂ ਤੁਸੀਂ ਦੇਖੋ ਇੱਕ ਜਾਂਚ ਬਿਠਾਉਣ ਦੀ ਇਸ ਗੱਲ ਦੀ ਵੀ ਲੋੜ ਆ ਕਿ ਸਾਡੇ ਕਿੰਨੇ ਅਧਿਕਾਰੀ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਤੋਂ ਲੈ ਕੇ DPI ਦਫ਼ਤਰਾਂ ਤੱਕ, ਜਿਹੜੇ DO ਪੱਧਰ ਦੇ ਅਧਿਕਾਰੀ ਨੇ, ਡਾਇਰੈਕਟਰ ਪੱਧਰ ਦੇ ਅਧਿਕਾਰੀ ਨੇ, ਜਿਹੜੇ ਚਾਰਜ ਸ਼ੀਟ ਕੀਤੇ ਹੋਏ ਨੇ, ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਹੋਏ ਨੇ। ਕਹਿਣ ਦਾ ਭਾਵ ਇੱਕ ਦੌਰ ਤਾਂ ਉਹ 2018 ਵਾਲਾ ਜਦੋਂ ਅਧਿਆਪਕਾਂ ਦੀ ਤਨਖਾਹ ਕਟੌਤੀ ਕੀਤੀ, ਇੱਕ ਦੌਰ ਸੀ ਕਿ ਅਧਿਆਪਕਾਂ ਦੇ ਉੱਪਰ ਅਟੈਕ ਸੀ, ਅਧਿਆਪਕਾਂ ਦੀਆਂ ਬਦਲੀਆਂ, ਅਧਿਆਪਕਾਂ ਦੀਆਂ ਟਰਮੀਨੇਸ਼ਨਾਂ, ਮੁਅੱਤਲੀਆਂ। ਜਦੋਂ ਉਹ ਦੇਖਿਆ ਕਿ ਇਹ ਇੱਕ ਆਰਗੇਨਾਈਜ਼ਡ ਹਿੱਸਾ ਇਹ ਵਿਰੋਧ ਕਰਦਾ, ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਦਬਾਅ ਪਾਉਣ ਦੇ ਲਈ ਜਿਹੜੇ ਸਾਡੇ ਸਕੂਲ ਮੁਖੀ ਨੇ ਜਾਂ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਜਾਂ ਡਾਇਰੈਕਟਰ ਨੇ, ਡਿਪਟੀ ਡਾਇਰੈਕਟਰ ਨੇ, ਉਹਨਾਂ ਨੂੰ ਚਾਰ ਸ਼ੀਟਾਂ ਦੀ ਝੜੀ ਲਗਾਈ ਹੋਈ ਸੀ। ਤਾਂ ਇਸ ਕਰਕੇ ਇਹ ਬੜੀ ਅਜੀਬ ਗੱਲ ਆ ਕਿ ਤੁਸੀਂ ਦਾਬੇ ਨਾਲ ਉਹ ਮਹਿਕਮਾ ਚਲਾਓ ਜਿਹੜਾ ਇੰਨਾ ਜ਼ਿਆਦਾ ਸੈਂਸਿਟਿਵ ਆ ਕਿ ਉਸ ਦੇ ਵਿੱਚ ਇੱਕ ਵੀ ਕੀਤੀ ਹੋਈ ਕੋਈ ਗਲਤੀ ਉਹ ਸਿੱਧੀ ਬੱਚੇ ਦੇ ਭਵਿੱਖ ਨਾਲ ਖਿਲਵਾੜ ਹੁੰਦੀ ਆ। ਦੇਖੋ ਇੱਕ ਗੱਲ ਬੜੀ ਕਲੀਅਰ ਆ ਵੀ ਕਿਤੇ ਨਾ ਕਿਤੇ ਤੁਹਾਡਾ ਅਟੈਕ ਕ੍ਰਿਸ਼ਨ ਕੁਮਾਰ ਜੀ ਜਿਹੜੇ ਸੈਕਟਰੀ ਰਹੇ ਨੇ ਉਹਨਾਂ ਨਾਲ ਆ। ਉਹਨਾਂ ਦਾ ਇੱਕ ਪ੍ਰਭਾਵ ਆ, ਸਰਕਾਰੀ ਦਰਬਾਰੇ ਵੀ ਪ੍ਰਭਾਵ ਆ ਵੀ ਉਹ 24 ਆਵਰ ਕੰਮ ਕਰਨ ਵਾਲੀ ਇੱਕ ਪਰਸਨੈਲਿਟੀ ਆ, ਮਸ਼ੀਨ ਵਾਂਗ ਉਹ ਕੰਮ ਕਰਦੇ ਨੇ, ਇਮਾਨਦਾਰ ਨੇ। ਕਿਤੇ ਇਹ ਵੀ ਹੈ ਵੀ ਉਹ ਕਿਉਂਕਿ ਬੜੇ ਡਿਸਿਪਲਿਨ 'ਚ ਰੱਖਦੇ ਸੀ ਆਪਣੇ ਟੀਚਰਾਂ ਨੂੰ,
ਤੇ ਉਹਦੇ ਤੋਂ ਔਖੇ ਹੋ ਕੇ ਯੂਨੀਅਨਾਂ ਕਿਤੇ ਨਾ ਕਿਤੇ ਉਹਨਾਂ ਨੂੰ ਅਟੈਕ ਕਰਦੀਆਂ ਸੀ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੀ। ਟੀਚਰ ਕਦੇ ਵੀ ਪੜ੍ਹਾਉਣ ਤੋਂ ਨਹੀਂ ਟਲੂਗਾ ਜੇ ਅਸੀਂ ਉਸ ਚੀਜ਼ ਤੋਂ ਟਲਣਾ ਹੁੰਦਾ। ਬਦਨਾਮ ਕਿਉਂ ਨੇ ਸਕੂਲ ਸਰਕਾਰੀ ਸਕੂਲ? ਪ੍ਰਾਈਵੇਟ ਸਕੂਲਾਂ 'ਚ ਤੇ ਕਮਾਲ ਹੋ ਜਾਂਦੀ ਹੈ, ਸਰਕਾਰੀ ਸਕੂਲਾਂ 'ਚ ਬੱਚੇ ਨਹੀਂ ਪੜ੍ਹਦੇ। ਕਮਾਲ ਇਸ ਕਰਕੇ ਹੁੰਦੀ ਹੈ ਜੀ ਕਿ ਇੱਕ ਟੀਚਰ ਜਦੋਂ ਸਰਕਾਰੀ ਸਕੂਲ ਦੇ ਵਿੱਚ ਜੌਬ ਉਹਦੀ ਲੱਗੀ ਪੜ੍ਹਾਉਣ ਦੇ ਲਈ, ਪਰ ਉਹ ਉਸ ਪੜ੍ਹੋ ਪੰਜਾਬ ਪ੍ਰੋਜੈਕਟ ਦੇ ਵਿੱਚ ਦੂਜੇ ਸਕੂਲ ਵਿਜ਼ਿਟ ਕਰਦਾ ਫਿਰਦਾ ਤੇ ਪੋਸਟ ਉਹਦੀ ਜਗ੍ਹਾ ਖਾਲੀ ਪਈ ਹੈਗੀ ਹੈ। ਇਸ ਕਰਕੇ ਵੀ ਕਹਿ ਲਈਏ ਲੋਕ ਪ੍ਰਾਈਵੇਟ ਵੱਲ ਜਾਂਦੇ ਨੇ ਕਿ ਸਰਕਾਰੀ ਸਕੂਲ ਦੇ ਟੀਚਰ ਨੂੰ ਪੜ੍ਹਾਈ ਤੋਂ ਇਲਾਵਾ ਉਹ ਸਾਰਾ ਕੁਝ ਦਿੱਤਾ ਜਾਂਦਾ ਜਿਹਦਾ ਸੰਬੰਧ ਪੜ੍ਹਾਈ ਨਾਲ ਨਹੀਂ ਹੈਗਾ। ਤਰ੍ਹਾਂ ਤਰ੍ਹਾਂ ਦੇ ਸਰਵੇ, ਇਲੈਕਸ਼ਨ ਦੇ ਦੌਰਾਨ ਵੋਟਾਂ ਬਣਾਉਣੀਆਂ, ਕੋਵਿਡ ਦੇ ਦੌਰਾਨ ਡਿਊਟੀਆਂ ਲੱਗੀਆਂ ਬਹੁਤ ਸਾਰੇ ਟੀਚਰਾਂ ਦੀਆਂ, ਅਜੇ ਵੀ ਸ਼ਾਇਦ ਬਰਕਰਾਰ ਹੋਣ ਕੁਝ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀ ਮੇਰਾ ਕਈ ਇੱਕ ਅੱਧੀ ਰਹਿ ਤੇ ਮਾਈਨਿੰਗ ਦੀਆਂ ਖੱਡਾਂ ਤੇ ਵੀ ਲੱਗ ਗਈ। ਬਿਲਕੁਲ, ਸ਼ਰਾਬ ਦੀਆਂ ਫੈਕਟਰੀਆਂ ਤੇ ਡਿਊਟੀ ਲੱਗੀਆਂ। ਇਸ ਕਰਕੇ ਜਦੋਂ ਕਿਉਂ ਵਿਹਲੇ ਕੋ ਸਮਝਦੀ ਸਰਕਾਰ ਟੀਚਰਾਂ ਨੂੰ ਵੀ ਹਰ ਥਾਂ ਹੀ ਡਿਊਟੀ ਲਾ ਦਿਓ ਇਹਨਾਂ ਨੂੰ? ਸਾਨੂੰ ਇਹ ਲੱਗਦਾ ਕਿ ਟੀਚਰਾਂ ਦੀ ਜਿਹੜੀ ਕਾਬਲੀਅਤ ਹੈਗੀ ਆ ਉਹ ਹੀ ਇਹਨਾਂ ਦੇ ਰਸਤੇ 'ਚ ਰੋੜਾ ਬਣਦੀ ਹੈ ਸਾਡੇ। ਉਹਨਾਂ ਨੂੰ ਲੱਗਦਾ ਕਿ ਇਹ ਹਰ ਇੱਕ ਕੰਮ ਐਫੀਸ਼ੀਐਂਸੀ ਨਾਲ ਕਰਦੇ ਹੈਗੇ ਨੇ, ਚੰਗੇ ਤਰੀਕੇ ਨਾਲ ਨਿਭਾ ਦਿੰਦੇ ਹੈਗੇ ਨੇ, ਇਸ ਕਰਕੇ ਇਹਨਾਂ ਨੂੰ ਤੁਸੀਂ ਡਿਊਟੀ ਦੇ ਦਿਓ ਜਿਹੜੀ ਮਰਜ਼ੀ ਕਰ ਦਿੰਦੇ ਹੈਗੇ ਨੇ। ਪਰ ਇਹ ਡਿਊਟੀ ਕਹਿ ਲਈਏ ਇੰਨੀਆਂ ਜ਼ਿਆਦਾ ਨੇ ਕਿ ਇੱਕ ਆਮ ਪ੍ਰਭਾਵ ਇਹ ਆ ਕਿ ਟੀਚਰ ਪੜ੍ਹਾਉਣ ਵਾਲੇ ਪਾਸੇ ਤਾਂ ਹੈ ਨਹੀਂ। ਉਦਾਹਰਨ ਦੇ ਤੌਰ ਤੇ ਜਿਹੜਾ ਇੱਕ ਸਰਵੇ ਦੀ ਮੈਂ ਗੱਲ ਕੀਤੀ, ਜੇ ਇੱਕ ਪੇਰੈਂਟਸ ਨੂੰ ਇਹ ਲੱਗੂਗਾ ਕਿ ਸਾਡੇ ਬੱਚਿਆਂ ਨੂੰ ਤਾਂ ਕਹਿ ਲਈਏ ਨੈਸ ਤੋਂ ਇਲਾਵਾ ਕਰਾਇਆ ਕੁਝ ਨਹੀਂ ਜਾ ਰਿਹਾ, ਜਿਹੜਾ ਕੋਈ ਥੋੜਾ ਅਵੇਅਰ ਆ ਤੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਅਫੋਰਡ ਕਰ ਸਕਦਾ, ਉਹ ਕਿਉਂ ਆਪਣੇ ਬੱਚੇ ਨੂੰ ਕਹਿ ਲਈਏ ਸਰਕਾਰੀ ਸਕੂਲ ਦੇ ਵਿੱਚ? ਜਦੋਂ ਇੱਕ ਪੇਰੈਂਟਸ ਨੂੰ ਪਤਾ ਹੈਗਾ ਕਿ ਸਾਡੇ ਟੀਚਰ ਤਾਂ ਗਲੀ ਗਲੀ ਕਹਿ ਲਈਏ ਸਰਵੇ ਕਰਦੇ ਫਿਰਦੇ ਨੇ ਜਾਂ ਵੋਟਾਂ ਬਣਾਉਣ ਤੇ ਲੱਗੇ ਹੋਏ ਨੇ, ਪੜ੍ਹਾਈ ਤਾਂ ਹੋ ਨਹੀਂ ਰਹੀ ਹੈਗੀ, ਜਾਂ ਡਾਕ ਇੰਨੀ ਜ਼ਿਆਦਾ ਹੈਗੀ। ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਗਰੰਟਾਂ ਕਹਿ ਲਈਏ 31 ਮਾਰਚ ਤੋਂ ਬਿਲਕੁਲ ਪਹਿਲਾਂ, 25 ਤਰੀਕ ਤੋਂ ਬਾਅਦ ਤੇ 31 ਮਾਰਚ ਤੋਂ ਪਹਿਲਾਂ, ਇਹ ਸਮੇਂ 'ਚ ਤੁਸੀਂ ਚੈੱਕ ਕਰ ਸਕਦੇ ਹੋ ਕਿ ਧੜਾ ਧੜ ਗ੍ਰਾਂਟਾਂ ਦੇ ਦਿੱਤੀਆਂ ਸਕੂਲਾਂ ਦੇ ਵਿੱਚ। ਹਰ ਇੱਕ ਟੀਚਰ ਇੱਕ ਪ੍ਰਕਿਰਿਆ ਚੇਂਜ ਕਰ ਦਿੱਤੀ ਕਿ ਗ੍ਰਾਂਟ ਖਰਚਣ ਨੂੰ ਨਵਾਂ ਸੌਫਟਵੇਅਰ ਦੇ ਦਿੱਤਾ, ਉਸ ਦੇ ਉੱਤੇ ਤੁਸੀਂ ਕੰਮ ਕਰਨਾ ਹੈਗਾ। ਅੱਜ ਪੰਜਾਬ ਦਾ ਕਿਸੇ ਸਕੂਲ ਦੇ ਵਿੱਚ ਕੋਈ ਟੀਚਰ ਪੜ੍ਹਾਈ ਲਈ ਵਿਹਲਾ ਨਹੀਂ ਹੈ। ਉਹ ਸਾਰੇ ਦੇ ਸਾਰੇ ਉਹਨਾਂ ਗ੍ਰਾਂਟਾਂ ਦੀ ਘੁੰਮਣ ਘੇਰੀ 'ਚ ਉਲਝੇ ਹੋਏ ਨੇ ਕਿ 31 ਮਾਰਚ ਤੱਕ ਨਹੀਂ ਖਰਚਦੇ ਤਾਂ ਕਹਿ ਲਈਏ ਡਿਪਾਰਟਮੈਂਟ ਦਾ ਡੰਡਾ ਹੈਗਾ ਤੇ ਉਸ ਕੰਮ ਦੇ ਵਿੱਚ ਉਲਝਾਏ ਹੋਏ ਨੇ। ਇਸ ਕਰਕੇ ਪੇਰੈਂਟਸ ਦੇ ਵਿੱਚ ਜਿਹੜੀ ਇਹ ਚੀਜ਼ ਪਈ ਹੈਗੀ ਆ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਦਾ ਕੰਮ ਸਿਰਫ ਪੜਾਉਣਾ ਹੈਗਾ, ਹਾਲਾਂਕਿ ਸਰਕਾਰੀ ਸਕੂਲਾਂ 'ਚ ਵੱਧ ਕੁਆਲੀਫਾਈਡ ਟੀਚਰ ਭਰਤੀ ਹੈਗੇ। ਮੈਂ ਇਹੀ ਗੱਲ ਵਿਕਰ ਵੀ ਕਰਨ ਲੱਗਾ ਸੀ, ਕਿੰਨਾ ਵੱਡਾ ਦੁਖਾਂਤ ਹੈ ਵੀ ਸਰਕਾਰੀ ਸਕੂਲਾਂ 'ਚ ਤੇ ਜਿਹੜੀ ਨਿਰਧਾਰਤ ਕੁਆਲੀਫਿਕੇਸ਼ਨ ਦੀ ਯੋਗਤਾ ਉਹਦੇ ਤੋਂ ਬਿਨਾਂ ਕੋਈ ਭਰਤੀ ਹੋ ਹੀ ਨਹੀਂ ਸਕਦਾ। ਬਿਲਕੁਲ ਜੀ। ਇਹਦੇ ਬਾਵਜੂਦ ਜਿਵੇਂ ਹੁਣ ਤੁਸੀਂ ਜੇ ਨੌਜਵਾਨ ਜੇ ਤੁਸੀਂ, ਮੈਂ ਕਈਆਂ ਦਾ ਬਾਈ ਨੇਮ ਮੈਂ ਜਾਣਦਾ ਵੀ ਉਹ ਤੇ ਟੀਚਰ ਇੱਥੋਂ ਤੱਕ ਆ ਵੀ ਆਪਣੇ ਸਕੂਲ ਦੀ ਦਸਵੰਧ ਵੀ ਕੱਢਦੇ ਨੇ ਵੀ ਇੱਥੇ ਪਾਣੀ ਦੀ ਟੈਂਕੀ ਲਾ ਦਈਏ, ਇੱਥੇ ਟੂਟੀਆਂ ਲਾ ਦਈਏ, ਇੱਥੇ ਫਰਿੱਜ ਰੱਖ ਲਈਏ ਜਾਂ ਹੋਰ ਚਾਰ ਦੀਵਾਰੀ ਕਰ ਦਈਏ। ਇਹਦੇ ਬਾਵਜੂਦ ਵੀ ਕਿਉਂ ਬਦਨਾਮ ਹੈ ਜਿਹੜਾ ਸਰਕਾਰੀ ਸਕੂਲਾਂ ਦਾ? ਦੇਖੋ, ਇੱਕ ਤਾਂ ਸਰਕਾਰ ਦੀਆਂ ਨੀਤੀਆਂ ਵੀ ਐਵੇਂ ਦੀਆਂ ਹੀ ਨੇ, ਕਿਉਂਕਿ ਸਰਕਾਰ ਨੇ ਸਿੱਖਿਆ ਦਾ ਜਿਹੜਾ ਸਰਕਾਰੀ ਕਰਨਾ ਉਹਨਾਂ ਦਾ ਏਜੰਡਾ ਨਹੀਂ ਹੈਗਾ, ਉਹ ਖੁਦ ਬਦਨਾਮ ਉਹਨਾਂ ਕਰਨਾ ਦਾ ਚਾਹੁੰਦੇ ਆ। ਸਿੱਖਿਆ ਦਾ ਨਿੱਜੀਕਰਨ ਦਾ ਏਜੰਡਾ। ਤਾਂ ਜਦੋਂ ਕਿਸੇ ਦਾ ਨਿੱਜੀਕਰਨ ਕਰਨਾ ਹੋਵੇ ਤਾਂ ਪਹਿਲਾਂ ਉਸ ਮਹਿਕਮੇ ਨੂੰ ਬਦਨਾਮ ਕਰਨਾ ਪੈਂਦਾ। ਨਾਲੇ ਤੇ ਅਵਾਰਡ ਲੈਣ ਤੇ ਜ਼ੋਰ ਲਾਈ ਜਾਂਦੀ ਸਰਕਾਰ। ਦੇਖੋ, ਅਵਾਰਡ ਲੈਣ ਦਾ ਮਕਸਦ ਉਹ ਸਿੱਖਿਆ ਦੇ ਸੁਧਾਰ ਦੇ ਵਜੋਂ ਨਹੀਂ ਹੈਗਾ ਸੀ, ਉਹ ਕੁਝ ਨੰਬਰ ਬਣਾਉਣਾ ਚਾਹੁੰਦੇ ਸੀ। ਅਵਾਰਡ ਲੈਣ ਦਾ ਅਰਥ ਇਹ ਸੀ ਕਿ ਅਸੀਂ ਇਸ ਸਰਕਾਰ ਦੀ ਜਿਹੜਾ ਗੁਣਗਾਨ ਆ ਉਹ ਬਿਨਾਂ ਭਰਤੀ ਤੋਂ, ਬਿਨਾਂ ਕੋਈ ਸਿੱਖਿਆ ਦੇ ਵਿੱਚ ਬੁਨਿਆਦੀ ਸੁਧਾਰ ਕੀਤੇ ਲੈ ਆਈਏ। ਦੂਸਰਾ, ਦੇਖੋ, ਗੈਰ ਵਿਦਿਅਕ ਕੰਮਾਂ ਦਾ ਮਾਮਲਾ, ਗੈਰ ਵਿਦਿਅਕ ਕੰਮ ਸਾਨੂੰ ਲੱਗਦਾ ਵੀ ਟੋਟਲੀ ਬੈਨ ਹੋਣੇ ਚਾਹੀਦੇ ਨੇ ਅਧਿਆਪਕਾਂ ਦੇ। ਕਿਉਂਕਿ ਮੰਨ ਲਓ ਕੋਈ ਕਲਰਕ ਆ, ਜੇ ਉਹ ਦਫ਼ਤਰ ਦੇ ਵਿੱਚ, ਉਹਨਾਂ ਨੇ ਤਾਂ ਕਹਿਤਾ ਬਕਾਇਦਾ, ਉਹਨਾਂ ਨੇ ਡਟ ਕੇ ਗੱਲ ਕਹੀ ਹੈ। ਦੇਖੋ, ਅਸੀਂ ਵੈਲਕਮ ਕਰਦੇ ਆ ਜਿਹੜੇ ਆ ਉਹ ਪੜ੍ਹਾਈ ਦਾ ਕੰਮ ਵੀ ਕਰਦੇ। ਦੇਖੋ, ਅਸੀਂ ਇਸ ਗੱਲ ਦਾ ਵੈਲਕਮ ਕਰਦੇ ਆ। ਮੈਂ ਕਹਿ ਰਿਹਾ ਸੀ ਵੀ ਜੇ ਕੋਈ ਕਲਰਕ ਆਪਣੇ ਦਫ਼ਤਰ ਨਹੀਂ ਜਾਂਦਾ ਤਾਂ ਉਹਦੇ ਪਿੱਛੇ ਵੱਧੋ ਵੱਧ ਉਸ ਦੀਆਂ ਜਿਹੜੀਆਂ ਫਾਈਲਾਂ ਉਡੀਕ ਕਰਦੀਆਂ ਨੇ। ਪਰ ਜਦੋਂ ਇੱਕ ਅਧਿਆਪਕ ਸਕੂਲ ਦੇ ਵਿੱਚ ਨਹੀਂ ਜਾਂਦਾ, ਕਿਸੇ ਗੈਰ ਵਿਦਿਅਕ ਕੰਮ ਦੇ ਵਿੱਚ ਇਲੈਕਸ਼ਨ ਡਿਊਟੀ ਤੇ ਆ, ਤਾਂ ਪਿੱਛੋਂ ਜਿਹੜੇ ਸੈਂਕੜੇ ਬੱਚੇ ਨੇ ਉਹ ਉਡੀਕ ਕਰਦੇ ਨੇ ਜਿਨ੍ਹਾਂ ਨੂੰ ਹੋਰ ਪੜ੍ਹਾਉਣ ਵਾਲਾ ਨਹੀਂ ਮਿਲਦਾ ਕੋਈ। ਇਸ ਕਰਕੇ ਗੈਰ ਵਿਦਿਅਕ ਕੰਮਾਂ ਦਾ ਮਾਮਲਾ। ਇਸ ਤੋਂ ਬਿਨਾਂ ਜੇ ਇਹ ਸਰਕਾਰੀ ਸਕੂਲਾਂ ਦੇ ਵਿੱਚ ਮੁੱਖ ਮੰਤਰੀ, ਮੰਤਰੀ, DC ਤੇ ਜਿੰਨੇ ਵੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਤਨਖਾਹ ਜਾਂ ਭੱਤੇ ਲੈਂਦੇ ਨੇ, ਉਹਨਾਂ ਸਾਰਿਆਂ ਦੇ ਜਿਹੜੇ ਬੱਚੇ ਨੇ ਜੇ ਉਹ ਪੜ੍ਹਨ, ਤਾਂ ਜੇ DC ਦਾ ਬੱਚਾ ਪੜ੍ਹਦਾ ਹੋਊਗਾ ਫਿਰ ਉਹ ਉਸ ਅਧਿਆਪਕ ਦੀ ਡਿਊਟੀ ਸ਼ਰਾਬ ਫੈਕਟਰੀਆਂ ਦੇ ਉੱਪਰ ਨਹੀਂ ਲਗਾਊਗਾ। ਤਾਂ ਇਸ ਕਰਕੇ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਵੀ ਆ
ਕਿ ਜਿਹੜੇ ਵੀ ਖਜ਼ਾਨੇ ਦੇ ਤਨਖਾਹ ਲੈਂਦੇ ਨੇ, ਪਰ ਉਸ ਨੂੰ ਕਿੱਥੇ ਲਿਆ ਕੇ ਮੁਕਾ ਦਿੱਤਾ ਜਾਂਦਾ ਕਿ ਅਧਿਆਪਕਾਂ ਦੇ ਬੱਚੇ ਨਹੀਂ ਪੜ੍ਹਦੇ। ਉਹ ਤਾਂ ਬਹੁਤ ਪੁਰਾਣਾ ਹੋ ਗਿਆ ਫੈਸਲਾ, ਸੁਣਿਆ ਹੀ ਨਹੀਂਗਾ ਉਹ। ਇੱਕ ਤੱਥ ਹੋਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਅਸੀਂ ਕਿ ਪਿਛਲੇ ਦਿਨਾਂ ਦੇ ਵਿੱਚ ਕੋਵਿਡ ਕਰਕੇ ਵੀ ਤੇ ਸਾਡੇ ਸਰਕਾਰ ਨੇ ਕਹਿ ਲਈ ਗਿਣਤੀ ਵਧਾਉਣ ਤੇ ਬਹੁਤ ਜ਼ੋਰ ਦਿੱਤਾ ਸਕੂਲਾਂ 'ਚ, ਇਸ ਕਰਕੇ ਵੀ ਕਾਫੀ ਰੌਲਾ ਸੀ ਵੀ ਬੜੇ ਵੱਡੇ ਪੱਧਰ ਤੇ ਬੱਚਿਆਂ ਦੀ ਗਿਣਤੀ ਬਹੁਤ ਵਧੀ ਤੇ ਪੰਜਾਬ ਪਹਿਲਾ ਸੂਬਾ ਵੀ ਬਣ ਗਿਆ। ਬਹੁਤ ਚਰਚਾ ਹੋਈ ਇਸ ਗੱਲ ਦੀ, ਜਿੱਥੇ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਹੋ ਗਈਆਂ। ਪਰ ਅਸਲੀਅਤ ਇਹ ਆ, ਤਸਵੀਰ ਦਾ ਦੂਜਾ ਪਾਸਾ ਜਾਂ ਮਾੜਾ ਪਾਸਾ ਇਹ ਆ ਕਿ ਪਿਛਲੇ 5 ਸਾਲਾਂ 'ਚ ਕਲਾਸਾਂ ਪ੍ਰਾਇਮਰੀ ਸਕੂਲਾਂ ਦੇ ਵਿੱਚ 5 ਤੋਂ 8 ਹੋ ਗਈਆਂ, 3 ਕਲਾਸਾਂ ਪ੍ਰੀ ਪ੍ਰਾਇਮਰੀ ਦੀਆਂ ਵੀ ਜੁੜ ਗਈਆਂ ਨਾਲ। ਓਕੇ, ਕਲਾਸਾਂ 8 ਹੋ ਗਈਆਂ। ਇਸ ਦੇ ਬਾਵਜੂਦ ਟੀਚਰਾਂ ਦੀ ਗਿਣਤੀ ਵਧਣ ਦੀ ਬਜਾਏ ਘਟ ਗਈ ਕਿਉਂਕਿ ਰਿਟਾਇਰਮੈਂਟਾਂ ਹੋ ਗਈਆਂ। 5 ਸਾਲਾਂ 'ਚ ਇੱਕ ਵੀ ਪ੍ਰੀ ਪ੍ਰਾਇਮਰੀ ਵਾਸਤੇ, ਇੱਕ ਵੀ ਪ੍ਰਾਇਮਰੀ ਵਾਸਤੇ ਟੀਚਰ ਭਰਤੀ ਨਹੀਂ ਹੋਇਆ। ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਬਿਨਾਂ ਟੀਚਰਾਂ ਤੋਂ ਸਿੱਖਿਆ ਦਾ ਸੁਧਾਰ ਹੋ ਜਾਊਗਾ? ਇਸੇ ਤਰ੍ਹਾਂ ਮਾਸਟਰ ਕੈਡਰ ਦੇ ਵਿੱਚ ਵੀ ਜਿੰਨੀ ਜ਼ਰੂਰਤ ਹੈਗੀ ਆ ਪੋਸਟਾਂ ਦੀ, ਉਨੀ ਭਰਤੀ ਹੋਈ ਨਹੀਂ। ਬਹੁਤ ਨਾਮਾਤਰ ਭਰਤੀ 5 ਸਾਲਾਂ 'ਚ ਹੋਈ ਆ। ਜਿਸ ਰੇਸ਼ੋ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ ਹੋਇਆ, ਜਾਂ ਪ੍ਰਾਇਮਰੀ ਦੇ ਵਿੱਚ ਤਾਂ ਸਿੱਧੀਆਂ 3 ਕਲਾਸਾਂ ਹੀ ਐਕਸਟਰਾ ਹੋ ਗਈਆਂ, ਤਾਂ ਟੀਚਰ ਉਸ ਢੰਗ ਨਾਲ ਨਹੀਂ ਰੱਖੇ ਗਏ। ਇੱਕ ਮੈਂ 'ਚ ਗੱਲ ਜੋੜਨਾ ਚਾਹਣਾ ਕਿ 30,000 ਭਰਤੀ ਪ੍ਰੀ ਪ੍ਰਾਇਮਰੀ ਟੀਚਰ ਤੋਂ ਲੈ ਕੇ ਪ੍ਰਿੰਸੀਪਲ ਤੱਕ ਦੀ, ਮੁੱਖ ਅਧਿਆਪਕ ਤੱਕ ਦੀ, ਉਹਦੇ ਇਸ਼ਤਿਹਾਰ ਆਏ ਹੋਏ ਨੇ, ਪ੍ਰਕਿਰਿਆ ਚੱਲ ਰਹੀ ਆ। ਤੇ ਜੇ ਖੁਦ ਸਰਕਾਰ ਨੇ 30,000 ਭਰਤੀ ਕੱਢੀ ਹੋਈ ਆ, ਤਾਂ ਬਾਕੀ ਖਾਲੀ ਪੋਸਟਾਂ ਲਗਾ ਕੇ ਤੁਸੀਂ ਜੋੜ ਲਓ ਤਾਂ ਪੰਜਾਬ ਦੇ ਵਿੱਚ ਜੇ ਹਜ਼ਾਰਾਂ ਦੀ ਗਿਣਤੀ 'ਚ ਪੋਸਟਾਂ ਖਾਲੀ ਨੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਧਿਆਪਕ ਪੜ੍ਹੋ ਪੰਜਾਬ ਪ੍ਰੋਜੈਕਟ ਜਾਂ ਇਹੋ ਜਿਹੇ ਪ੍ਰੋਜੈਕਟਾਂ ਦੇ ਵਿੱਚ ਸਕੂਲਾਂ ਤੋਂ ਬਾਹਰ ਕੀਤੇ ਹੋਏ ਨੇ, ਤਾਂ ਹੋਰ ਅਧਿਆਪਕ ਦੇਣ ਦੀ ਲੋੜ ਆ ਜਾਂ ਪ੍ਰੋਜੈਕਟਾਂ ਦੇ ਨਾਂ ਹੇਠ ਅਧਿਆਪਕਾਂ ਨੂੰ ਸਕੂਲਾਂ ਚੋਂ ਬਾਹਰ ਕੱਢਣ ਦੀ ਲੋੜ ਆ? ਇਹ ਹਾਲੇ ਵੀ ਉਹ ਬਾਹਰ ਨੇ, ਹਾਲੇ ਵੀ ਬਾਹਰ ਨੇ, ਬਿਲਕੁਲ ਬਾਹਰ ਨੇ। ਓਕੇ, ਇਸ ਕਰਕੇ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਦੇਖੋ, ਆਮ ਆਦਮੀ ਪਾਰਟੀ ਨੇ 2 ਇਸ਼ੂਆਂ ਦੇ ਉੱਪਰ ਇਲੈਕਸ਼ਨ ਜਿੱਤੀ ਆ, ਇੱਕ ਸਿੱਖਿਆ ਤੇ ਇੱਕ ਸਿਹਤ। ਤਾਂ ਜੇ ਉਹਨਾਂ ਨੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨੀ ਆ, ਤਾਂ ਪਹਿਲਾਂ ਸਿੱਖਿਆ ਦੇ ਵਿੱਚ ਪਿਛਲੇ ਜਿੰਨੇ ਕੋਈ ਘਪਲੇ ਹੋਏ ਨੇ, ਝੂਠੇ ਅੰਕੜੇ ਪੇਸ਼ ਕੀਤੇ ਗਏ ਨੇ, ਉਸ ਨੂੰ ਸਾਫ਼ ਕਰਨ, ਸਪਸ਼ਟ ਕਰਨ, ਉਸ ਤੋਂ ਅੱਗੇ ਵਧਣ, ਤਾਂ ਕੁਝ ਇਸ ਦੇ ਵਿੱਚ ਸਿੱਖਿਆ ਦਾ ਸੁਧਾਰ ਹੋ ਹੋਰ ਸਕਦਾ। ਦੱਸੋ, ਕਈ ਗੱਲਾਂ ਹੋਰ ਵੀ ਬੜੀਆਂ ਚਰਚਾ ਦਾ ਵਿਸ਼ਾ ਨੇ। ਹੋਰ ਕਿਹੜੇ ਇਹਦੇ 'ਚ ਇਸ਼ੂ ਆ ਜਿਹਦੇ ਬਾਰੇ ਬਹੁਤ ਜ਼ਰੂਰੀ ਸਰਕਾਰ? ਅਸੀਂ ਤਾਂ ਕਹਿੰਦੇ ਆ ਕਿ ਅਸੀਂ ਇਸ ਤੇ ਇੱਕ ਫੈਕਟ ਫਾਈਂਡਿੰਗ ਕਮੇਟੀ ਬਣਾਈ ਆ, ਬਤੌਰ ਜਥੇਬੰਦੀ ਆਪਣਾ ਫਰਜ਼ ਨਿਭਾਇਆ। ਸਰਕਾਰ ਇਸ ਦੀ ਸਾਡੇ ਨਾਲੋਂ ਬਿਹਤਰ ਜਾਂਚ ਕਰ ਸਕਦੀ ਆ, ਕਿਉਂਕਿ ਉਹਨਾਂ ਕੋਲ ਤਰ੍ਹਾਂ ਦੇ ਵਿਜੀਲੈਂਸ ਇਨਕੁਆਇਰੀ ਦੇ ਜਾਂ ਹੋਰ ਢੰਗ ਤਰੀਕੇ ਹੈਗੇ ਨੇ, ਜਾਂ ਨਿਆਇਕ ਜਾਂਚ ਕਰਵਾ ਸਕਦੇ ਨੇ। ਤਾਂ ਜੋ ਵੀ ਇਸ ਦੇ ਵਿੱਚ ਹੈਗਾ, ਕੁਝ ਗੱਲਾਂ ਅਸੀਂ ਰੱਖੀਆਂ ਨੇ, ਪ੍ਰਿੰਟਿੰਗ ਮਟੀਰੀਅਲ ਦਾ ਮਾਮਲਾ, ਗੈਰ ਸੰਵਿਧਾਨਕ ਢਾਂਚੇ ਦਾ ਮਾਮਲਾ, ਉਹ ਸਭ ਕੁਝ ਹੈਗਾ। ਉਸ ਤੋਂ ਬਿਨਾਂ ਹੋਰ ਕੀ ਨਿਕਲ ਸਕਦਾ? ਸਰਕਾਰ ਨੂੰ ਉਹ ਜਾਂਚ ਬਿਠਾਉਣੀ ਚਾਹੀਦੀ ਆ। ਸਗੋਂ ਇੱਕ ਵਾਈਟ ਪੇਪਰ ਦੇ ਰੂਪ ਦੇ ਵਿੱਚ ਉਹਨੂੰ ਆਪਣੀ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਉਹ ਸਪਸ਼ਟੀਕਰਨ ਦੇਣਾ ਚਾਹੀਦਾ, ਜਾਂਚ ਕਰਵਾਉਣੀ ਚਾਹੀਦੀ ਆ। ਓਕੇ, ਤੇ ਕਿੰਨਾ ਚਿਰ ਮਾਨ ਸਾਹਿਬ ਦੀ ਸਰਕਾਰ ਨੂੰ ਟਾਈਮ ਦਿਓਗੇ ਤੁਸੀਂ? ਕਿਉਂਕਿ ਅੱਜ ਕੱਲ ਸੰਘਰਸ਼ ਵੀ ਸਾਰੇ ਖਤਮ ਨੇ ਤੇ ਮੰਗਾਂ ਤਾਂ ਤੁਹਾਡੀਆਂ ਉੱਥੇ ਹੀ ਖੜੀਆਂ ਨੇ। ਦੇਖੋ ਜੀ, ਸਮਾਂ ਦੇਣ ਦਾ ਇਹ ਹੈ ਕਿ ਇੱਕ ਦੌਰ ਹੁੰਦਾ, ਕਹਿ ਲਈਏ, ਘਰ ਦੇ ਵਿੱਚ ਔਰਤ ਵਿਆਹ ਕਰਕੇ ਆਉਂਦੀ ਹੈ ਨਵੇਂ ਘਰ, ਉਹਨੂੰ ਵੀ ਕੁਝ ਦਿਨ ਦਿੱਤੇ ਜਾਂਦੇ ਨੇ ਕਿ ਆਪਣਾ ਚੁੱਲ੍ਹੇ ਚੌਂਕੇ ਦੇ ਕੰਮ ਤੋਂ ਦੂਰ ਰੱਖਿਆ ਜਾਂਦਾ ਹੈਗਾ। ਪਰ ਕੁੱਲ ਮਿਲਾ ਕੇ ਜੇ ਕਹਿ ਲਈਏ, ਜੇ ਉਹ ਸਰਕਾਰ ਪਿਛਲੀ ਕੈਪਟਨ ਸਰਕਾਰ ਦੀ ਤਰ੍ਹਾਂ ਲੋਕਾਂ ਨਾਲੋਂ ਨਾਤਾ ਤੋੜੂਗੀ, ਜਿਸ ਤਰ੍ਹਾਂ ਕਿ 1-2 ਹਿੰਟ ਮਿਲੇ ਹੈਗੇ ਨੇ ਕਿ ਪ੍ਰੈਸ ਨੂੰ ਮਿਲਣ ਤੋਂ ਦੂਰੀ ਬਣਾ ਲਈ ਹੈਗੀ ਸੀਐਮ ਸਾਹਿਬ ਨੇ, ਜੇ ਆਮ ਲੋਕਾਂ ਤੋਂ ਵੀ ਇਸ ਤਰ੍ਹਾਂ ਦੂਰੀ ਬਣਾਉਣਗੇ ਤਾਂ ਬਹੁਤਾ ਸਮਾਂ ਦਿੱਤਾ ਨਹੀਂ ਜਾਣਾ ਹੈਗਾ। ਦੂਜੀ ਚੀਜ਼, ਕੁਝ ਮਾਮਲੇ ਨੇ ਵਿੱਤ ਨਾਲ ਜੁੜੇ ਹੋਏ, ਉਹਨਾਂ ਮਾਮਲਿਆਂ ਤੇ ਸਮਾਂ ਦਿੱਤਾ ਜਾ ਸਕਦਾ ਹੈਗਾ, ਪਰ ਕੁਝ ਮਾਮਲੇ ਨੇ ਜਿਨ੍ਹਾਂ ਦੇ ਉੱਤੇ ਵਿੱਤ ਨਹੀਂ ਖਰਚ ਆਉਣਾ ਹੈਗਾ, ਵੈਸੇ ਸੁਧਾਰ ਦੀ ਜ਼ਰੂਰਤ ਹੈਗੀ ਹੈ। ਉਹ ਕੰਮ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਨੇ। ਸਾਰੀਆਂ ਮੁਲਾਜ਼ਮ ਜਥੇਬੰਦੀਆਂ, ਫੈਡਰੇਸ਼ਨਾਂ, ਅਧਿਆਪਕ ਜਥੇਬੰਦੀਆਂ ਨੂੰ ਸੰਬੰਧਿਤ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਉਹਨਾਂ ਨਾਲ ਮੀਟਿੰਗ ਲੈ ਕੇ ਘੱਟੋ ਘੱਟ ਉਹਨਾਂ ਦਾ ਪੱਖ ਜਾਣਨ ਕਿ ਉਹ ਕੀ ਸੁਧਾਰ ਚਾਹੁੰਦੇ ਨੇ ਜਾਂ ਉਹਨਾਂ ਦੀਆਂ ਮੰਗਾਂ ਕੀ ਨੇ। ਉਸ ਦੇ ਵਿੱਚੋਂ ਪ੍ਰਾਇੋਰਟੀ ਦੇ ਆਧਾਰ ਤੇ ਉਹ ਮੰਗਾਂ ਜਿਨ੍ਹਾਂ ਦੇ ਉੱਤੇ ਕਹਿ ਲਈਏ ਕਿ ਸਰਕਾਰ ਦਾ ਬਹੁਤ ਵੱਡਾ ਵਿੱਤ ਖਰਚ ਨਹੀਂ ਹੁੰਦਾ, ਉਹ ਪ੍ਰਾਇੋਰਟੀ ਦੇ ਆਧਾਰ ਤੇ ਬਾਕੀ ਮੰਗਾਂ ਲਈ ਸਰਕਾਰ ਖੁਦ ਦੱਸ ਦੇ ਕਿ ਕਿੰਨਾ ਸਮਾਂ ਚਾਹੀਦਾ ਸਰਕਾਰ ਨੂੰ। ਓਕੇ, ਜਿਹੜੀ ਤੁਸੀਂ ਇਹਦੇ ਲਈ ਕਮੇਟੀ ਬਣਾਈ ਹੈ, ਉਹ ਕੋਈ ਟਾਈਮ ਬਾਉਂਡ ਕੀਤੀ? ਦੇਖੋ, ਅਸੀਂ ਡਾਕਟਰ ਹਰਦੀਪ ਟੋਡਰਪੁਰ ਦੀ ਅਗਵਾਈ 'ਚ ਬਣਾਈ ਆ, 4 ਮੈਂਬਰ ਉਸ ਦੇ ਵਿੱਚ ਸਾਡੇ ਹੋਰ ਨੇ, ਤੇ 1 ਮਹੀਨੇ ਦਾ ਅਸੀਂ ਸਮਾਂ ਤੈਅ ਕੀਤਾ। ਬਕਾਇਦਾ ਤੌਰ ਤੇ ਅਸੀਂ ਇੱਕ WhatsApp ਨੰਬਰ ਜਾਰੀ ਕੀਤਾ, ਜਿਹੜਾ ਕਿ ਮੈਂ ਇੱਥੇ ਵੀ ਦੱਸ ਦਿੰਨਾ, ਇਹ ਹੈਗਾ 94632 48975, 94632
48975 ਕਿ ਜਿਹਨੂੰ ਵੀ ਕੋਈ ਇਸ ਖੁੱਲੇ ਖੱਤ ਨਾਲ ਸੰਬੰਧਿਤ ਕੋਈ ਤੱਥ ਉਹਦੇ ਕੋਲ ਹੈਗੇ ਨੇ, ਜਾਂ ਦੇਖੋ ਕਿਸੇ ਨੇ ਬੇਨਾਮੀ ਚਿੱਠੀ ਲਿਖੀ ਆ, ਇਸ ਤੋਂ ਜਾਪਦਾ ਐਵੇਂ ਆ ਕਿ ਲਿਖਣ ਵਾਲਾ ਜਿਹੜਾ ਉਹ ਕਿਤੇ ਨਾ ਕਿਤੇ ਇਸ ਪ੍ਰਬੰਧ ਦਾ ਇੱਕ ਹਿੱਸਾ ਰਿਹਾ। ਨਹੀਂ, ਉਹ ਤਾਂ ਸ਼ਬਦਾਵਲੀ ਤੋਂ ਪਤਾ ਲੱਗਦਾ। ਤਾਂ ਇਸ ਕਰਕੇ ਉਹਨਾਂ ਨੂੰ ਆਉਣਾ ਚਾਹੀਦਾ। ਅਸੀਂ ਉਹਨਾਂ ਦੀ ਜੋ ਵੀ ਜਾਣਕਾਰੀ ਹੋਊਗੀ ਉਹ ਗੁਪਤ ਰੱਖਾਂਗੇ। ਈਮੇਲ ਆਈਡੀ ਜਾਰੀ ਕੀਤਾ ਇੱਕ, ਇਹਦਾ ਹੈਗਾ factfindingcommittee@gmail.com। ਤਾਂ ਇਹ 1 ਮਹੀਨੇ ਦਾ ਅਸੀਂ ਸਮਾਂ ਦਿੱਤਾ ਤੇ ਬਕਾਇਦਾ ਤੌਰ ਤੇ ਇਹ ਕਮੇਟੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਕੇ ਇਹ ਤੱਥ ਖੋਜਣ ਦਾ ਯਤਨ ਕਰੂਗੀ ਕਿ ਆਖਰ ਇਸ ਦੇ ਵਿੱਚ ਜੋ ਵੀ ਜ਼ਿਕਰ ਕੀਤਾ ਗਿਆ ਉਸ ਦੇ ਵਿੱਚ ਕਿੰਨੀ ਕੁ ਸੱਚਾਈ ਆ। ਤੇ ਫਿਰ ਇਹ ਰਿਪੋਰਟ ਸਰਕਾਰ ਨੂੰ ਦਿਓਗੇ? ਦੇਖੋ, ਅਸੀਂ ਇਸ ਤੋਂ ਬਾਅਦ ਇੱਕ ਵਾਰੀ ਸੂਬਾ ਕਮੇਟੀ ਦੇ ਵਿੱਚ ਉਹਨੂੰ ਵਿਚਾਰਾਂਗੇ, ਕਿਉਂਕਿ ਦੇਖੋ ਸਾਇੰਟੀਫਿਕ ਮੈਥਡ ਇਹੀ ਆ ਕਿ ਤੁਸੀਂ ਮੰਨ ਲਓ ਕੋਈ ਤੁਹਾਡੇ ਅੱਗੇ ਡਾਕੂਮੈਂਟ ਆ ਗਿਆ, ਉਸ ਤੇ ਆਪਣਾ ਪੱਖ ਰੱਖਣਾ ਤਾਂ ਪਹਿਲਾਂ ਤੁਹਾਡੇ ਕੋਲ ਫੈਕਟ ਐਂਡ ਫਿਗਰ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ, ਲਾਜ਼ਮੀ ਤੌਰ ਤੇ ਸਰਕਾਰ ਨੂੰ ਸੌਂਪਾਂਗੇ ਮਿਲ ਕੇ। ਸੋ DTF ਦਾ ਇਹ ਕਹਿਣਾ ਵੀ ਪਰਦੇ ਦੇ ਪਿੱਛੇ ਜੋ ਵਾਪਰ ਰਿਹਾ ਸਰਕਾਰੀ ਸਕੂਲਾਂ ਵਿੱਚ ਜਾਂ ਸਿੱਖਿਆ ਵਿਭਾਗ ਵਿੱਚ, ਜਿਹੜੀ ਇਹ ਇੱਕ ਮਾਫੀਏ ਦਾ ਨਾਂ ਆ, ਸਿੱਖਿਆ ਮਾਫੀਆ, ਇਹਦੇ ਬਾਰੇ ਉਹ ਯੂਨੀਅਨ ਪੱਧਰ ਤੇ ਪੜਤਾਲ ਕਰਨਗੇ ਔਰ ਪੜਤਾਲ ਕਰਨ ਤੋਂ ਬਾਅਦ ਫਿਰ ਸਾਰਾ ਇੱਕ ਖੁਲਾਸਾ ਕੀਤਾ ਜਾਊਗਾ ਵੀ ਕਿੱਥੇ ਸਿੱਖਿਆ ਵਿਭਾਗ ਨਾਲ ਧੋਖਾ ਕੀਤਾ ਜਾਂ ਫਰੇਬ ਕੀਤਾ। ਪਰ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਵੀ ਇਹ ਗੁੰਮਨਾਮ ਖੁੱਲ੍ਹਾ ਖਾਤੇ ਜਿਹੜਾ ਅੱਜ ਪੰਜਾਬ ਵਿੱਚ ਪੂਰੀ ਤਰ੍ਹਾਂ ਚਰਚਾ ਦਾ ਵਿਸ਼ਾ ਬਣਿਆ ਪਿਆ।